ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਸਿਹਤ ਮਾਮਲਿਆਂ ਨੂੰ ਲੈ ਕੇ ਅੱਜ ਇੱਕ ਅਜਿਹਾ ਵਿਸ਼ਾ ਡਾਕਟਰ ਅਮਰ ਸਿੰਘ ਆਜ਼ਾਦ ਹੋਣਾ ਦੇ ਨਾਲ ਅਸੀਂ ਛੋਹਣ ਜਾ ਰਹੇ ਹਾਂ, ਜਿਹੜਾ ਵਿਸ਼ਾ ਸਾਰਿਆਂ ਨੂੰ ਹੈਰਾਨ ਕਰਦਾ ਹੈ। ਡਾਕਟਰ ਸਾਹਿਬ ਨੇ ਆਫ ਦਾ ਕੈਮਰਾ ਮੇਰੇ ਨਾਲ ਕੁਝ ਅਜਿਹੀਆਂ ਗੱਲਾਂ ਕੀਤੀਆਂ ਨੇ ਜਿਸ ਨੇ ਸਾਨੂੰ ਮਜਬੂਰ ਕੀਤਾ ਕਿ ਅਸੀਂ ਇਹ ਜਾਣਕਾਰੀ ਤੁਹਾਡੇ ਤੱਕ ਪਹੁੰਚਾਈਏ। ਤੇ ਉਹ ਵਿਸ਼ਾ ਹੈਗਾ ਕਿ ਜਿਹੜਾ ਸਾਡਾ ਸਰੀਰ ਜਿਹੜਾ ਉਹ ਕੁਝ ਬਿਮਾਰੀਆਂ ਨੂੰ ਆਪ ਇਨਵਾਈਟ ਕਰਦਾ, ਸੱਦਾ ਦਿੰਦਾ ਤਾਂ ਕਿ ਸਾਡੇ ਸਰੀਰ ਨੂੰ ਇਮਿਊਨ ਸਿਸਟਮ ਨੂੰ ਜਿਹੜਾ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਜਿਹੜੀ ਆ ਉਹ ਵਧੇ। ਤੇ ਉਹ ਕਿੱਦਾਂ ਇਨਵਾਈਟ ਕਰਦਾ ਹੈ, ਕਿੱਦਾਂ ਉਹ ਸਰੀਰ ਦੇ ਵਿੱਚ ਜਾਂਦੀਆਂ ਨੇ ਤੇ ਅਸੀਂ ਉਸ ਨੂੰ ਗਲਤ ਸਮਝ ਬੈਠਦੇ ਹਾਂ ਤੇ ਉਸ ਦੇ ਨਾਲ ਅਸੀਂ ਕਿਸ ਤਰ੍ਹਾਂ ਦਾ ਵਰਤਾਰਾ ਕਰਦੇ ਹਾਂ ਜਿਹੜਾ ਅੱਗੇ ਜਾ ਕੇ ਇੱਕ ਬਹੁਤ ਵੱਡਾ ਹਊਆ ਬਣ ਕੇ ਸਾਡੇ ਲਈ ਜਿਹੜਾ ਉਹ ਮੁਸੀਬਤ ਖੜੀ ਕਰ ਦਿੰਦਾ। ਆਪਾਂ ਡਾਕਟਰ ਸਾਹਿਬ ਤੋਂ ਜਾਣਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਤੇ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਡਾਕਟਰ ਸਾਹਿਬ, ਆਫ ਦਾ ਕੈਮਰਾ ਤੁਸੀਂ ਮੈਨੂੰ ਦੱਸ ਰਹੇ ਸੀ ਤੇ ਮੈਨੂੰ ਲੱਗਿਆ ਵੀ ਇਹਦੇ 'ਤੇ ਵੀਡੀਓ ਬਣਾਉਣੀ ਚਾਹੀਦੀ ਹੈ ਕਿ ਬਿਮਾਰੀਆਂ ਨੂੰ ਸਾਡਾ ਸਰੀਰ ਜਿਹੜਾ ਉਹ ਆਪ ਇਨਵਾਈਟ ਕਰਦਾ, ਸੱਦਾ ਦਿੰਦਾ। ਬੜੀ ਹੈਰਾਨੀ ਵਾਲੀ ਗੱਲ ਹੈ। ਜੀ ਇਹ ਗੱਲ ਦੇ ਸਿੱਟੇ 'ਤੇ ਪਹੁੰਚਣ ਤੋਂ ਪਹਿਲਾਂ ਆਪਾਂ ਨੂੰ ਕੁਝ ਗੱਲਾਂ ਜਿਹੜੀਆਂ ਨੇ ਆਧਾਰ ਰੂਪ 'ਚ ਸਮਝਣੀਆਂ ਬੇਹੱਦ ਜ਼ਰੂਰੀ ਨੇ, ਕਿਉਂਕਿ ਪਿਛਲੇ 1.5 ਸਾਲ ਤੋਂ ਆਪਾਂ ਜੋ ਵਰਤਾਰਾ ਦੇਖ ਰਹੇ ਹਾਂ ਉਹ ਬਹੁਤ ਹੀ ਇੱਕ ਜਿਹਨੂੰ ਕਹਿੰਦੇ ਆ ਉਹਨੇ ਸਾਰੀ ਮਨੁੱਖਤਾ ਨੂੰ ਸ਼ੇਕ ਕਰਤਾ, ਹਿਲਾ ਦਿੱਤਾ। ਸਾਡਾ ਆਰਥਿਕਤਾ, ਸਾਡਾ ਸਮਾਜਿਕ ਢਾਂਚਾ, ਸਾਡੀਆਂ ਇਮੋਸ਼ਨ, ਸਾਡੀਆਂ ਭਾਵਨਾਵਾਂ, ਸਾਡੇ ਸੋਸ਼ਲ ਰਿਸ਼ਤੇ ਸਭ ਇੱਕ ਜਿਹਨੂੰ ਕਹਿੰਦੇ ਆ ਡਾਵਾਡੋਲ ਹੋ ਗਏ ਆ। ਇੱਕ ਸਿਰਫ ਵਾਇਰਸ ਵੀ ਕਦੀ ਜ਼ੁਕਾਮ ਦੀ ਵਾਇਰਸ। ਇਹ ਗੱਲ ਜਿਹੜੀ ਹੈ ਮੈਨੂੰ ਵੀ ਬਹੁਤ ਜਦ ਤੋਂ ਇਹ ਹੋਇਆ ਮੈਂ ਇਹਦੇ 'ਤੇ ਬਹੁਤ ਗਹਿਰਾਈ 'ਚ ਸੋਚਿਆ ਵੀ, ਫਿਰ ਪੜ੍ਹਿਆ ਵੀ, ਅਤੇ ਉਹਨੂੰ ਮੈਂ ਕੋਸ਼ਿਸ਼ ਕੀਤੀ ਹੈ ਕਿ ਸਧਾਰਨ ਸ਼ਬਦਾਂ 'ਚ ਆਪਾਂ ਇੱਦਾਂ ਕਰੀਏ ਤਾਂ ਕਿ ਹਰ ਵਿਅਕਤੀ ਨੂੰ ਆਧਾਰ ਪਤਾ ਹੋਣਾ ਚਾਹੀਦਾ ਕਿ ਅਸਲ 'ਚ ਬਿਮਾਰੀਆਂ ਹੁੰਦੀਆਂ ਕਿਉਂ ਨੇ, ਜੜ ਕਿੱਥੇ ਹੈ ਇਹਨਾਂ ਦੀ। ਅਤੇ ਸਾਡਾ ਜਿਹੜੇ ਸੂਖਸ਼ਮ ਜੀਵ ਨੇ ਜਿਹਦੇ ਵਿੱਚ ਆਪਾਂ ਦੋ ਦਾ ਨਾਮ ਮੁੱਖ ਲੈਂਦੇ ਹਾਂ, ਬੈਕਟੀਰੀਆ ਅਤੇ ਵਾਇਰਸ, ਵੀ ਸਾਡਾ ਅਸਲ 'ਚ ਉਹਨਾਂ ਨਾਲ ਰਿਲੇਸ਼ਨਸ਼ਿਪ ਕੀ ਆ। ਹੁਣ ਉਹ ਇਹ ਪੂਰੇ 1.5 ਸਾਲ 'ਚ ਐਂ ਪੁੱਟ ਕਰ ਦਿੱਤਾ ਗਿਆ ਜਿਵੇਂ ਕੋਈ ਖਾਸ ਵਾਇਰਸ ਸਾਡੀ ਖਾਸ ਦੁਸ਼ਮਣ ਹੈ, ਉਹਨੂੰ ਕੋਈ ਸਾਡੇ ਪਿਛਲੇ ਜਨਮ ਦਾ ਦੁਸ਼ਮਣੀ ਹੈ ਅਤੇ ਸਾਡੇ ਨਾਲ ਦੁਸ਼ਮਣੀ ਕੱਢ ਰਹੀ ਹੈ ਅਤੇ ਸਾਨੂੰ ਮਾਰ ਰਹੀ ਹੈ। ਇਹ ਇੱਦਾਂ ਦਾ ਵਰਤਾਰਾ ਵਿਗਿਆਨ 'ਚ, ਸਾਇੰਸ 'ਚ, ਕੁਦਰਤ 'ਚ ਨਹੀਂ ਹੈਗਾ। ਕੋਈ ਇੱਦਾਂ ਦਾ ਰਿਸ਼ਤਾ ਨਹੀਂ ਹੈ, ਕਿਉਂਕਿ ਮਨੁੱਖਤਾ ਜਿਹੜੀ ਹੈ ਉਹ ਵੀ ਲੱਖਾਂ ਸਾਲ ਪੁਰਾਣੀ ਹੈ ਅਤੇ ਜੀਵਨ ਜਿਹੜਾ ਉਹ ਕਰੋੜਾਂ ਸਾਲ ਪੁਰਾਣਾ ਇਸ ਧਰਤੀ 'ਤੇ। ਤਾਂ ਉਹ ਕਰੋੜਾਂ ਸਾਲ ਤੋਂ ਜੀਵਨ ਚੱਲ ਰਿਹਾ, ਉਹਦੇ 'ਚ ਲਗਾਤਾਰਤਾ ਹੈ। ਔਰ ਉਸ ਲਗਾਤਾਰਤਾ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਨੇ ਉਹ ਸੂਖਸ਼ਮ ਜੀਵ ਆਏ ਧਰਤੀ 'ਤੇ। ਜਦੋਂ ਇਹ ਧਰਤੀ ਹੋਂਦ 'ਚ ਆਈ ਉਸ ਤੋਂ ਪਹਿਲਾਂ ਕਰੋੜਾਂ ਸਾਲ ਤੱਕ ਇਹ ਜੀਵ ਜਿਹੜੇ ਸੀ, ਸੂਖਸ਼ਮ ਜੀਵ ਇਕੱਲੇ ਹੀ ਸੀ, ਇਸ ਧਰਤੀ ਦੇ ਵਾਸੀ ਸੀਗੇ। ਉਹਦੇ 'ਚ ਵਾਇਰਸ ਅਤੇ ਬੈਕਟੀਰੀਆ ਆਪਾਂ ਮੁੱਖ ਤੌਰ 'ਤੇ ਨਾਂ ਲੈਂਦੇ ਹਾਂ, ਹੋਰ ਵੀ ਨਾਂ ਹੈਗੇ ਨੇ ਪਰ ਆਪਾਂ ਸਿਰਫ ਉਹਨੂੰ ਸਿੰਪਲ ਰੱਖਣ ਵਾਸਤੇ 2 ਹੀ ਨਾਂ ਲਵਾਂਗੇ। ਤਾਂ ਉਹਦੇ ਜਿਹੜੇ ਵਾਇਰਸ ਅਤੇ ਬੈਕਟੀਰੀਆ ਨੇ ਇਹ ਕਰੋੜਾਂ ਸਾਲ ਤੱਕ ਇਕੱਲੇ ਧਰਤੀ ਦੇ ਵਾਸੀ ਸੀਗੇ। ਇਹਨਾਂ ਧਰਤੀ ਦੇ ਉੱਪਰ ਵੱਸਦੇ ਛੋਟੇ ਜੀਵਾਂ ਨੇ ਜਿਹਨੂੰ ਸੂਖਸ਼ਮ ਜੀਵ ਕਹਿੰਦੇ ਆ, ਯਾਨੀ ਕਿ ਜਿਹੜੇ ਨੰਗੀ ਅੱਖ ਨਾਲ ਨਹੀਂ ਦਿਖਦੇ, ਜਿਹਨੂੰ ਦੇਖਣ ਲਈ ਬੈਕਟੀਰੀਆ ਨੂੰ ਦੇਖਣ ਲਈ 300 ਗੁਣਾ ਵੱਡਾ ਕਰਨਾ ਪੈਂਦਾ ਤਾਂ ਵੀ ਉਹ ਇੱਦਾਂ ਦਿਖਦੇ ਜਿਵੇਂ ਪੈਨ ਦਾ ਇੱਕ ਡਾਟ ਲੱਗਿਆ ਹੋਵੇ। ਅਤੇ ਜਿਹੜੀ ਵਾਇਰਸ ਹੈ ਉਹਨੂੰ 5-6 ਹਜ਼ਾਰ ਗੁਣਾ ਵੱਡਾ ਕਰਨਾ ਪੈਂਦਾ ਤਾਂ ਜਾ ਕੇ ਉਹ ਦਿਸਦੀ ਆ। ਤਾਂ ਇਸ ਕਰਕੇ ਇਹ ਜਿਹੜਾ ਇੰਨਾ ਸੂਖਸ਼ਮ ਹੈ ਜੀਵ, ਲੇਕਿਨ ਇੰਨਾ ਉਹਦੀ ਮਹੱਤਤਾ ਹੈ ਕਿ ਉਹ ਜੀਵਨ ਦਾ ਆਧਾਰ ਹੈ। ਕਰੋੜਾਂ ਸਾਲ ਤੱਕ ਉਹਨੇ ਇਸ ਧਰਤੀ ਦੇ ਉੱਪਰ ਕੰਮ ਕੀਤਾ ਤਾਂ ਕਿ ਉਹ ਜਿਹੜੀ ਧਰਤੀ ਹੈ ਜੀਵਨ ਦੇ ਫਿੱਟ ਹੋ ਸਕੇ। ਤਾਂ ਕਰੋੜਾਂ ਸਾਲ ਕੰਮ ਕਰਨ ਦੇ ਉਪਰੰਤ ਇਹ ਧਰਤੀ ਫਿੱਟ ਹੋਈ ਥੋੜ੍ਹੇ ਜਿਹੇ ਵੱਡੇ ਜੀਵਨ ਦੇ, ਜਿੱਥੋਂ ਫਿਰ ਅੱਗੇ ਵੱਡਾ ਜੀਵਨ ਸ਼ੁਰੂ ਹੋਇਆ। ਇਹ ਜਿਹੜੇ ਸੀਗੇ ਇਹ ਤਾਂ ਜ਼ਿਆਦਾ ਸੈੱਲ ਤੋਂ ਵੀ ਛੋਟੇ ਨੇ ਜਾਂ ਇੱਕ ਸੈੱਲ ਨੇ, ਤਾਂ ਉਸ ਤੋਂ ਵੱਡਾ ਜੀਵਨ ਫਿਰ ਉਸ ਤੋਂ ਬਾਅਦ ਜਿਹੜਾ ਹੋਂਦ 'ਚ ਆਇਆ। ਤਾਂ ਇਹ ਜਿਹੜੇ ਜੀਵ ਨੇ ਇਹ ਆਧਾਰ ਰੂਪ 'ਚ ਅੱਜ ਵੀ ਹੈਗੇ ਆ। ਉੱਦਾਂ ਹੀ ਇਹ ਨਹੀਂ ਕਿ ਸ਼ੁਰੂ 'ਚ ਆਧਾਰ ਸੀਗੇ ਅਤੇ ਹੁਣ ਨਹੀਂ ਰਹੇ, ਉਹ ਆਧਾਰ ਸੀਗੇ, ਆਧਾਰ ਹਨ ਅਤੇ ਆਧਾਰ ਹੀ ਰਹਿਣਗੇ ਜੀਵਨ ਦਾ, ਕਿਉਂਕਿ ਕੁਦਰਤ ਦੇ ਨਿਯਮ ਜਿੱਦਾਂ ਬਣੇ ਹੋਏ ਆ, ਨਿਯਮ ਹੀ ਇੱਦਾਂ ਨੇ ਕਿ ਇਹਨਾਂ ਨੇ ਆਧਾਰ ਰਹਿਣਾ। ਕੁਦਰਤ ਨੇ ਇਹਨਾਂ ਨੂੰ ਐਸੀ ਡਿਊਟੀ ਦਿੱਤੀ ਹੋਈ ਹੈ, ਐਸਾ ਕੰਮ ਦਿੱਤਾ ਹੋਇਆ ਕਿ ਆਧਾਰ ਵਾਲਾ ਕੰਮ ਹੀ ਕਰਦੇ ਆ। ਉਹ 'ਚ ਮੈਂ ਅਕਸਰ ਇਹ ਵਰਤਦਾ ਲਫ਼ਜ਼ ਕਿ ਸਾਡੇ ਜਿਹੜੀ ਟ੍ਰੈਡੀਸ਼ਨਲ ਵਿਜ਼ਡਮ ਹੈ ਸਾਡੇ, ਉਹਦੇ 'ਚ ਅਸੀਂ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਦਾ ਦਰਜਾ ਤਿੰਨ ਕੁਦਰਤ ਦੀਆਂ ਸ਼ਕਤੀਆਂ ਨੂੰ 3 ਦਰਜੇ ਦਿੱਤੇ ਹੋਏ ਆ। ਬ੍ਰਹਮਾ ਕ੍ਰੀਏਟਰ, ਪੈਦਾ ਕਰਨ ਵਾਲਾ, ਵਿਸ਼ਨੂੰ ਪਾਲਣ ਵਾਲਾ, ਅਤੇ ਸ਼ਿਵ ਉਸ ਜੀਵ ਜੰਤੂ ਨੂੰ ਸਮੇਟ ਕੇ ਪੁਰਾਣੇ ਨੂੰ ਨਵੇਂ ਲੀਕ ਥਾਂ ਬਣਾਉਂਦਾ। ਉਸ ਪੁਰਾਣੇ ਨੂੰ ਤੋੜ ਦਿੰਦਾ, ਪੁਰਾਣੇ ਨੂੰ ਵਾਪਸ ਜਿਹੜੀ ਮਿੱਟੀ ਨੂੰ ਮਿੱਟੀ 'ਚ ਮਿਲਾ ਦਿੰਦਾ, ਪਾਣੀ ਨੂੰ ਪਾਣੀ 'ਚ ਮਿਲਾ ਦਿੰਦਾ, ਹਵਾ ਨੂੰ ਹਵਾ 'ਚ ਮਿਲਾ ਦਿੰਦਾ, ਊਰਜਾ ਨੂੰ ਊਰਜਾ 'ਚ ਮਿਲਾ ਦਿੰਦਾ, ਆਕਾਸ਼ ਨੂੰ ਆਕਾਸ਼। ਪੰਜੇ ਤੱਤ ਜਿਹੜੇ ਨੇ ਜਿਨ੍ਹਾਂ ਤੋਂ ਜੀਵਨ ਬਣਿਆ, ਉਹ 5 ਤੱਤ ਆਪਾਂ ਆਪਣੇ ਵਾਪਸ ਚਲੇ ਜਾਂਦੇ ਆ ਸ਼ਿਵ ਸ਼ਕਤੀ ਕਰਕੇ। ਸ਼ਿਵ ਸ਼ਕਤੀ ਅਤੇ ਫਿਰ ਨਵੇਂ ਲਈ ਥਾਂ ਬਣ ਜਾਂਦੀ ਹੈ।
ਤੁਸੀਂ ਇਸ ਗੱਲ ਨੂੰ ਥੋੜ੍ਹਾ ਜਿਹਾ ਹੋਰ ਸਮਝਣ ਲਈ ਆਪਾਂ ਉਦਾਹਰਨ ਦੇ ਕੇ ਕਰੀਏ ਤਾਂ ਵਧੀਆ ਗੱਲ ਹੈ, ਕਿਉਂਕਿ ਇਹ ਗੱਲ ਅਗਰ ਸਮਝ ਆ ਜਾਂਦੀ ਹੈ ਸਭ ਦੇ ਤਾਂ ਫਿਰ ਸਮਝ ਆ ਜਾਏਗਾ। ਉਸ ਤੋਂ ਬਾਅਦ ਮੰਨ ਲਓ ਇਸ ਧਰਤੀ 'ਤੇ ਕਰੋੜਾਂ ਸਾਲ ਤੋਂ ਲਾਈਫ ਹੈ, ਜੀਵਨ, ਜੰਗਲ ਸੀ, ਬਹੁਤ ਹਿਊਜ ਜੰਗਲ ਸੀ ਪਹਿਲਾਂ, ਹਰ ਥਾਂ 'ਤੇ ਫੋਰੈਸਟ ਹੀ ਫੋਰੈਸਟ ਸੀਗੇ। ਸ਼ੁਰੂ 'ਚ ਵਨਸਪਤੀ ਬਹੁਤ ਭਾਰੂ ਸੀਗੀ, ਪਹਿਲਾਂ ਜਾਂ ਤਾਂ ਸਮੁੰਦਰ ਸੀ, ਪਾਣੀ ਸੀਗਾ, ਪਾਣੀ ਦੇ ਅੰਦਰ ਵੀ ਵਨਸਪਤੀ ਬਹੁਤ ਹੈ ਥੱਲੇ, ਲੇਕਿਨ ਜਿਹੜਾ ਪਾਣੀ ਤੋਂ ਮੁਕਤ ਹੋ ਗਿਆ ਧਰਤੀ ਦਾ ਹਿੱਸਾ, ਉਹਦੇ ਉੱਪਰ ਵਨਸਪਤੀ ਬਹੁਤ ਜ਼ਿਆਦਾ ਹੋਈ। ਤੁਸੀਂ ਸੋਚ ਕੇ ਦੇਖੋ ਵੀ ਜੇ ਦਰਖਤਾਂ ਦੀਆਂ ਜੜ੍ਹਾਂ ਉੱਦਾਂ ਦੀਆਂ ਉੱਦਾਂ ਪਈਆਂ ਰਹਿੰਦੀਆਂ ਧਰਤੀ 'ਚ, ਤਾਂ ਅੱਜ ਧਰਤੀ ਦਾ ਕੀ ਹਾਲ ਹੁੰਦਾ। ਜੜ੍ਹਾਂ ਹੀ ਜੜ੍ਹਾਂ ਹੁੰਦੀਆਂ, ਮਿੱਟੀ ਖਤਮ ਹੋ ਜਾਣੀ ਸੀ। ਜੜ੍ਹਾਂ ਦਾ ਕੀ ਬਣਦਾ ਕਿ ਜੜ੍ਹਾਂ ਜਦੋਂ ਦਰਖਤ ਮਰ ਜਾਂਦਾ ਆਪਣੀ ਉਮਰ ਭੋਗ ਕੇ, ਉਸ ਤੋਂ ਬਾਅਦ ਜਿਹੜੀ ਉਹਦੀ ਉੱਪਰਲਾ ਹਿੱਸਾ ਗਿਰ ਜਾਂਦਾ, ਉਹਨੂੰ ਵੀ ਸਿਉਂਕ ਖਾ ਜਾਂਦੀ ਹੈ ਅਤੇ ਹੋਰ ਜੀਵ ਜੰਤੂ ਖਾ ਜਾਂਦੇ ਆ, ਅਤੇ ਜੜ੍ਹਾਂ ਨੂੰ ਵੀ ਸਿਉਂਕ ਖਾ ਕੇ ਕੀ ਕਰਦੇ ਨੇ, ਉਹ ਵਾਪਸ ਮਿੱਟੀ ਨੂੰ ਮਿੱਟੀ 'ਚ ਬੁਲਾ ਦਿੰਦੇ ਆ। ਔਰ ਮੈਨੂੰ ਅੱਜ ਵੀ ਯਾਦ ਹੈ, ਬਚਪਨ 'ਚ ਅਸੀਂ ਇੱਕ ਹੁੰਦੀ ਸੀਗੇ, ਜਿਹੜਾ ਖੇਤ ਵਿੱਚ ਫਸਲ ਜ਼ਿਆਦਾ ਨਾ ਹੁੰਦੀ ਹੋਵੇ, ਤੁਸੀਂ ਸਿਉਂਕ ਦਾ ਘਰ ਲਿਆ ਕੇ ਉਹਦੇ 'ਚ ਮਿੱਟੀ ਪਾ ਦਿਓ, ਜਿਹੜਾ ਦਰਖਤ ਮਰ ਜਾਂਦਾ ਹੁੰਦਾ ਸੀ ਨਾ, ਉਹਦੇ ਨਾਲ ਪਹਾੜ ਜਿਹਾ ਬਣ ਜਾਂਦਾ ਹੁੰਦਾ ਸੀਗਾ। ਉਹਦਾ ਨਾਮ ਹੀ ਸੀ, ਮੈਨੂੰ ਨਾਂ ਨਹੀਂ ਯਾਦ ਆ ਰਿਹਾ, ਉਹਦਾ ਨਾਂ ਪੰਜਾਬੀ 'ਚ ਬੜਾ ਸੋਹਣਾ, ਹਾਂ ਪੂਰਾ ਢੇਰ, ਮਤਲਬ ਪਹਾੜ ਜਿਹਾ, ਜਿੱਥੇ ਮਤਲਬ ਦਰਖਤ ਉਹ ਖੜਾ ਹੈ, ਮੁੱਢ ਖੜਾ ਹੈ ਦਰਖਤ ਦਾ, ਤਾਂ ਮੁੱਢ 'ਚ ਕਿਉਂਕਿ ਮਰ ਗਿਆ ਦਰਖਤ, ਤਾਂ ਹੁਣ ਉਹਨੂੰ ਸਿਉਂਕ ਨੇ ਖਾਣਾ, ਸਿਉਂਕ ਖਾ ਕੇ ਉਹਨੂੰ ਮਿੱਟੀ ਬਣਾ ਦਿੰਦੀ ਸੀ। ਤਾਂ ਉੱਥੋਂ ਉਹ ਮਿੱਟੀ ਲਿਆ ਕੇ ਪਾ ਕੇ ਖੇਤਾਂ 'ਚ ਪਾ ਦਿੰਦੇ ਹੁੰਦੇ ਸੀਗੇ, ਵੀ ਉਹ ਮਿੱਟੀ ਬੜੀ ਉਪਜਾਊ ਹੁੰਦੀ ਹੈ। ਤਾਂ ਸਾਰਾ ਜਿਹੜੀ ਜਿੱਥੇ ਜੜ੍ਹਾਂ ਹੁੰਦੀਆਂ ਨੇ, ਉਹ ਮਿੱਟੀ ਥੱਲੇ ਨੂੰ ਡੈੱਡ ਵੁੱਡ ਹੁੰਦੀ ਹੈ, ਉਹਨੂੰ ਸਿਉਂਕ ਖਾ ਜਾਂਦੀ ਹੈ, ਅਤੇ ਸਿਉਂਕ ਖਾ ਕੇ ਉਹਨੂੰ ਮਿੱਟੀ ਬਣਾ ਦਿੰਦੀ ਹੈ। ਅਤੇ ਇਸ ਵਰਤਾਰਾ ਤਕਰੀਬਨ ਸਾਰੀ ਨੇਚਰ ਚੱਲਦਾ ਕਿ ਜਿੰਨਾ ਪੁਰਾਣਾ ਜੀਵ ਜੰਤੂ ਹੈ ਉਹ ਮਰਦਾ, ਉਹਦੀ ਜਿਹੜੀ ਸਰੀਰ ਦੇ ਰਹਿੰਦ ਖੂੰਹਦ ਹੈ ਉਹ ਸਾਰੀ ਵਾਪਸ ਮਿੱਟੀ ਨਾਲ ਰਲ ਜਾਂਦੀ ਹੈ, ਪਾਣੀ ਨਾਲ ਰਲ ਜਾਂਦਾ ਹੈ, ਹਵਾ ਨਾਲ ਰਲ ਜਾਂਦੀ ਹੈ, ਆਕਾਸ਼ ਨਾਲ ਰਲ ਜਾਂਦਾ ਹੈ, ਅਤੇ ਊਰਜਾ ਨਾਲ ਰਲ ਜਾਂਦੀ ਹੈ। ਇਹ ਵਰਤਾਰਾ ਦਾ ਮਤਲਬ ਸ਼ਿਵ ਹੈ, ਇਹ ਸ਼ਿਵ ਸ਼ਕਤੀ ਹੈ। ਤਾਂ 3 ਸ਼ਕਤੀਆਂ, 3 ਗੁਣ ਨੇ ਇਹਨਾਂ ਸੂਖਸ਼ਮ ਜੀਵਾਂ ਕੋਲੇ, ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਦਾ। ਇਹ ਗੁਣ ਇਹ ਨਹੀਂ ਕਿ ਸ਼ੁਰੂ 'ਚ ਸੀਗਾ ਅਤੇ ਹੁਣ ਖਤਮ ਹੋ ਗਿਆ, ਐਸਾ ਕੁਛ ਨਹੀਂ ਹੈ। ਪਹਿਲਾਂ ਵੀ ਸੀਗਾ, ਪੈਦਾ ਜਦੋਂ ਮਨੁੱਖ ਨਹੀਂ ਸੀਗਾ ਉਦੋਂ ਵੀ ਇਹਨੇ ਬ੍ਰਹਮਾ ਦਾ ਰੋਲ ਪਲੇ ਕੀਤਾ, ਅੱਜ ਵੀ ਉਹ ਬ੍ਰਹਮਾ ਦਾ ਰੋਲ ਪਲੇ ਕਰਦੇ ਆ, ਕਿਉਂਕਿ ਸਾਡੇ ਸਰੀਰ ਦੇ ਵਿੱਚ ਰੋਜ਼ ਕਰੋੜ ਸੈੱਲ ਮਰਦੇ ਆ ਅਤੇ ਕਰੋੜਾਂ ਨਵੇਂ ਬਣਦੇ ਆ। ਇਹ ਸਾਇੰਸ ਨੂੰ ਪਤਾ, ਕਰੋੜਾਂ ਸੈੱਲ ਜਿਹੜੇ ਨੇ, ਹਰ ਸੈੱਲ ਦੀ ਸਾਡੇ ਸਰੀਰ 'ਚ ਹਰ ਸੈੱਲ ਦੀ ਇੱਕ ਲਾਈਫ ਹੈ। ਜਿਹੜਾ ਸਾਡੇ ਮੂੰਹ ਦੇ ਅੰਦਰਲੀ ਲਾਈਨਿੰਗ ਹੈ, ਉਹਦੀ ਲਾਈਫ ਕੁਛ ਘੰਟੇ ਹੈ ਸਿਰਫ। ਸਾਡੀ ਚਮੜੀ ਦੀ ਲਾਈਫ ਕੁਛ ਦਿਨ ਹੈ, ਉਹ ਸਾਰੀ ਉਤਰਦੀ ਰਹਿੰਦੀ ਹੈ, ਅਤੇ ਫਿਰ ਨਵੀਂ, ਜਿਵੇਂ ਸਾਡੇ 9 ਵੱਜ ਜਾਂਦੇ ਨਾ, 9 ਦਿਖ ਜਾਂਦੇ ਆ, ਚਮੜੀ ਉਤਰਦੀ ਦਿਖਦੀ ਨਹੀਂ ਹੈ। ਸਾਡਾ ਮੂੰਹ ਦੇ ਅੰਦਰਲੀ ਲਾਈਨਿੰਗ ਜਿਹੜੀ ਸਾਡੇ ਜਦੋਂ ਖਾਣਾ ਖਾਂਦੇ ਆ, ਉਹਦੇ ਨਾਲ ਜਿਹੜੀ ਅੰਦਰਲੀ ਲਾਈਨਿੰਗ ਉਤਰਦੀ ਰਹਿੰਦੀ ਹੈ, ਉਹ ਮਰ ਜਾਂਦੀ ਹੈ ਅਤੇ ਨਵੀਂ ਆਉਂਦੀ ਰਹਿੰਦੀ ਥੱਲਿਓ। ਤਾਂ ਇਹ ਵਰਤਾਰਾ ਸਾਰੇ ਸੈੱਲਾਂ ਨਾਲ ਹੁੰਦਾ। ਸਣੇ ਹੱਡੀਆਂ, ਈਵਨ ਸਾਡੀਆਂ ਹੱਡੀਆਂ ਵੀ ਜਿਹੜੀਆਂ ਹੁੰਦੀਆਂ ਨੇ, ਉਹ ਕੁਝ ਸਾਲਾਂ ਦੇ ਵਿੱਚ ਉਹ ਨਵੀਆਂ ਆ ਜਾਂਦੀਆਂ ਨੇ। ਤਾਂ ਸਾਡੀ ਉਮਰ ਜਿਹੜੀ ਹੁੰਦੀ ਹੈ, ਬਹੁਤੇ 70% ਸੈੱਲਾਂ ਦੀ ਉਮਰ 6 ਮਹੀਨੇ ਹੁੰਦੀ ਹੈ, ਬਾਕੀ ਦੇ 25% ਸੈੱਲਾਂ ਦੀ ਉਮਰ ਜਿਹੜੀ ਆ ਉਹ 6 ਸਾਲ ਵੱਧ ਤੋਂ ਵੱਧ ਹੋਊਗੀ। ਅਤੇ ਕੁਝ ਸੈੱਲ ਨੇ ਜਿਹੜੇ ਕਿ ਬਹੁਤ ਲੰਬਾ ਸਮਾਂ ਚੱਲਦੇ ਆ, ਉਹਦੇ 'ਚੋਂ ਜ਼ਿਆਦਾ ਬ੍ਰੇਨ ਦੇ ਸੈੱਲ ਨੇ ਜਿਹੜੇ ਸਾਰੀ ਉਮਰ ਸਾਥ ਦਿੰਦੇ ਆ, ਕਿਉਂਕਿ ਉਹ ਕੁਦਰਤ ਨੇ ਇੱਦਾਂ ਬਣਾਇਆ ਹੋਇਆ, ਕਿਉਂਕਿ ਉਹ ਬ੍ਰੇਨ ਦੇ ਸੈੱਲਾਂ ਨੇ ਯਾਦ ਰੱਖਣੇ ਹੁੰਦਾ ਸਾਰਾ ਕੁਝ। ਜੇ ਉਹ ਵੀ ਬਦਲ ਜਾਣ ਫਿਰ ਤਾਂ ਬੰਦਾ ਸਾਰਾ ਕੁਝ ਭੁੱਲ ਹੀ ਜਾਊਗਾ। ਆਪਾਂ ਨੂੰ ਵੀ ਬੰਦਾ 100 ਸਾਲ ਦਾ ਵੀ ਹੋ ਜਾਵੇ ਤਾਂ ਵੀ ਉਹਨੂੰ ਆਪਣਾ ਬਚਪਨ ਯਾਦ ਹੁੰਦਾ। ਉਹ ਇਸ ਕਰਕੇ ਹੁੰਦਾ ਕਿ ਉਹ ਸੈੱਲ, ਬ੍ਰੇਨ ਵਾਲੇ ਸੈੱਲ, ਕੁਝ ਸੈੱਲ ਨੇ ਬਦਲਦੇ ਨਹੀਂ, ਉਹੀ ਸੈੱਲ ਹੈ ਉਹ ਯਾਦ ਰੱਖਦੇ ਆ। ਸੋ ਇਹ ਸਾਰਾ ਵਰਤਾਰਾ ਕਿਤੇ ਨਾ ਕਿਤੇ ਜਿਹੜਾ ਹੁੰਦਾ ਕਿ ਬ੍ਰਹਮਾ ਦਾ ਰੋਲ ਹੈ ਕਿ ਉਹ ਨਵੇਂ ਸੈੱਲਾਂ ਨੂੰ ਬਣਾਉਣ 'ਚ ਅਤੇ ਪੁਰਾਣੇ ਸੈੱਲਾਂ ਨੂੰ ਮਾਰ ਕੇ ਬਣੇ ਹੋਏ ਸੈੱਲਾਂ ਨੂੰ ਵਾਪਸ 5 ਤੱਤਾਂ 'ਚ ਮਿਲਾਉਣ 'ਚ, ਦੋਨੋਂ ਕੰਮ ਐਟ ਏ ਟਾਈਮ ਚੱਲਦੇ ਆ, ਵਿੱਚ ਵਿਚਾਲੇ ਪਾਲਣਾ। ਸਮਝ ਗਏ ਤੁਸੀਂ? ਬ੍ਰਹਮਾ, ਵਿਸ਼ਨੂੰ, ਮਹੇਸ਼ ਨੂੰ ਦੇਖ ਪਾ ਰਹੇ ਹੋ ਕਿ ਬ੍ਰਹਮਾ ਸੈੱਲ ਪੈਦਾ ਕਰ ਰਿਹਾ, ਵਿਸ਼ਨੂੰ ਉਹਨੂੰ ਪਾਲਣ ਕਰ ਰਿਹਾ ਕੁਛ ਦਿਨਾਂ ਲਈ, ਕੁਛ ਮਹੀਨਿਆਂ ਲਈ ਜਾਂ ਕੁਛ ਸਾਲਾਂ ਲਈ, ਅਤੇ ਸ਼ਿਵ ਉਹਨੂੰ ਵਾਪਸ 5 ਤੱਤਾਂ 'ਚ ਮਿਲਾ ਲਿਆ। ਤਾਂ ਇਹ ਤਿੰਨੇ ਰੋਲ ਕਿਹਦੇ ਕੋਲ ਨੇ? ਸੂਖਸ਼ਮ ਜੀਵਾਂ ਕੋਲ ਨੇ। ਜੇ ਹੁਣ ਮਤਲਬ ਮੈਂ ਇੱਥੇ ਬੈਠਾ ਇੱਕਦਮ ਮਰ ਜਾਂ, ਅਤੇ ਮੈਨੂੰ ਤੁਸੀਂ ਇੱਕ ਬੰਦ ਹਵਾ ਮੁਕਤ ਚੈਂਬਰ 'ਚ ਬੰਦ ਕਰ ਦਿਓ, ਇਹ ਸੋਚ ਕੇ ਵੀ ਇਹਦਾ ਜਿਹੜਾ ਸਰੀਰ ਹੈ ਉਹ ਗਲੇ ਨਾ, ਅਤੇ ਬਾਹਰ ਦੀ ਹਵਾ ਲੱਗ ਕੇ ਅਤੇ ਇੱਦਾਂ ਹੀ ਪਿਆ ਰਵੇ, ਅਤੇ ਤੁਸੀਂ ਕੀ ਸਮਝਦੇ ਹੋ ਸਰੀਰ ਬਚ ਜਾਏਗਾ? ਉਹ ਸਰੀਰ ਫਿਰ ਵੀ ਨਹੀਂ ਬਚੇਗਾ, ਕਿਉਂਕਿ ਮੇਰੇ ਅੰਦਰ ਜਿਹੜੇ ਬੈਠੇ ਆ ਕਰੋੜ ਬੈਕਟੀਰੀਆ, ਉਹੀ ਮੇਰੇ ਸਰੀਰ ਨੂੰ ਗਾਲ ਦੇਣਗੇ, ਬਾਹਰੋਂ ਆਉਣ ਦੀ ਲੋੜ ਨਹੀਂ ਹੈ। ਮੇਰੇ ਸਰੀਰ 'ਚ ਆਲਰੇਡੀ ਕਰੋੜ ਜਿਹੜੇ ਬੈਠੇ ਆ, ਉਹ ਰੋਲ ਪਲੇ ਕਰ ਰਹੇ ਸੀ ਸਾਰਾ ਹੀ ਬ੍ਰਹਮਾ, ਵਿਸ਼ਨੂੰ, ਮਹੇਸ਼ ਦਾ। ਉਹ ਜਦੋਂ ਉਹ ਮਰ ਗਿਆ ਤਾਂ ਉਹਨਾਂ ਦਾ ਬ੍ਰਹਮਾ ਅਤੇ ਵਿਸ਼ਨੂੰ ਵਾਲਾ ਰੋਲ ਖਤਮ ਹੋ ਗਿਆ, ਕਿਉਂਕਿ ਹੁਣ ਤੁਹਾਨੂੰ ਨਾ ਨਵੇਂ ਸੈੱਲ ਬਣਨੇ ਆ ਅਤੇ ਨਾ ਉਹਨੂੰ ਪਰਵਰਿਸ਼ ਦੀ ਲੋੜ ਹੈ।
ਹੁਣ ਤਾਂ ਸ਼ਿਵ ਰੋਲ ਮੇਨ ਰਹਿ ਗਿਆ। ਤੇ ਸ਼ਿਵ ਦਾ ਕੀ ਰੋਲ ਹੈ ਕਿ ਉਹਦੇ ਸਰੀਰ ਨੂੰ ਗਾਲ ਕੇ ਮਿੱਟੀ ਨੂੰ ਮਿੱਟੀ, ਪਾਣੀ ਨੂੰ ਪਾਣੀ, ਹਵਾ। ਤਾਂ ਇਹ ਸਾਰਾ ਵਰਤਾਰਾ ਕਿਤੇ ਨਾ ਕਿਤੇ ਸਾਨੂੰ ਸਮਝਣ ਦੀ ਲੋੜ ਹੈ। ਜਿਹੜੇ ਸਾਡੇ ਸੂਖਸ਼ਮ ਜੀਵ ਨੇ ਤੇ ਵਾਇਰਸ ਜਿਹੜੇ ਨੇ ਉਸ ਤੋਂ ਵੀ ਸੂਖਸ਼ਮ ਨੇ। ਹੁਣ ਵਾਇਰਸ ਦਾ ਰੋਲ ਜਿਹੜਾ ਮੈਂ ਪੜ੍ਹਿਆ ਪਿਛਲੇ 1.5 ਸਾਲ 'ਚ, ਮੈਨੂੰ ਫਿਰ ਬਹੁਤ ਇਸ ਗੱਲ 'ਤੇ, ਕਿਉਂਕਿ ਮੈਨੂੰ ਇਹ ਤਾਂ ਸਮਝ ਆ ਗਈ ਸ਼ੁਰੂ 'ਚ ਹੀ ਵੀ ਇਹ ਜੋ ਕੁਛ ਗੱਲਾਂ ਕੀਤੀਆਂ ਜਾ ਰਹੀਆਂ ਨੇ ਬਹੁਤ ਹੀ ਅਨਸਾਇੰਟੀਫਿਕ ਨੇ, ਗੈਰ ਵਿਗਿਆਨਕ ਨੇ, ਔਰ ਗੈਰ ਵਿਗਿਆਨਕ ਗੱਲਾਂ ਨੂੰ ਅਫਵਾਹਾਂ ਬਣਾ ਕੇ ਤੇ ਮੀਡੀਆ ਰਾਹੀਂ ਲੋਕਾਂ ਨੂੰ ਡਰਾਇਆ ਜਾ ਰਿਹਾ। ਉਸ ਗੱਲ ਨੂੰ ਛੱਡਦੇ ਨੇ ਆਪਾਂ ਕਿ ਕਿਉਂ ਡਰਾਇਆ ਜਾ ਰਿਹਾ ਜਾਂ ਕਿਉਂ ਡਰਾਇਆ ਗਿਆ, ਉਸ ਗੱਲ 'ਤੇ ਨਹੀਂ ਪੈਂਦੇ ਆਪਾਂ, ਲੇਕਿਨ ਉਹ ਡਰਾਇਆ ਗਿਆ। ਅਤੇ ਉਸ ਗੱਲ ਨੇ ਮੇਰੇ ਲਈ ਇੱਕ ਬਹੁਤ ਵੱਡਾ ਜਿਹਨੂੰ ਕਹਿੰਦੇ ਆ ਸਟਿਮੂਲਸ ਪੈਦਾ ਕੀਤਾ ਕਿ ਮੈਂ ਇਹਨੂੰ ਹੋਰ ਜਾਣਾ ਅਤੇ ਫਿਰ ਆਮ ਲੋਕਾਂ ਤੱਕ ਉਹਨੂੰ ਸਧਾਰਨ ਭਾਸ਼ਾ 'ਚ ਲੈ ਕੇ ਜਾਵਾਂ। ਉਹਦੇ ਜਿਹੜੀ ਵਾਇਰਸ ਹੈ, ਵਾਇਰਸ ਦਾ ਰੋਲ ਉਸ ਤੋਂ ਵੀ ਜ਼ਿਆਦਾ ਸੂਖਸ਼ਮ ਹੈ। ਸਾਡੇ ਸੈੱਲਾਂ ਨੂੰ ਲਗਾਤਾਰ ਆਪਣੇ ਆਲੇ ਦੁਆਲੇ ਨਾਲ ਦੇ ਹਿਸਾਬ ਨਾਲ ਢਾਲਣਾ ਪੈਂਦਾ। ਸਪੋਜ਼ ਅੱਜ ਗਰਮੀ ਹੈ, ਮਹੀਨੇ ਬਾਅਦ ਠੰਡ ਹੋ ਜਾਣੀ ਹੈ, ਮੌਸਮ ਤਾਂ ਬਦਲ ਗਿਆ ਬਿਲਕੁਲ, ਸਾਡੇ ਸਰੀਰ ਉੱਦਾਂ ਹੀ ਥੋੜ੍ਹਾ ਬਿਹੇਵ ਕਰਨਗੇ। ਪਹਿਲਾਂ ਸਾਡੇ ਸੈੱਲਾਂ ਨੂੰ ਗਰਮੀ ਤਾਂ ਪਸੀਨਾ ਬਾਹਰ ਕੱਢਣਾ ਪੈਂਦਾ ਸੀ, ਟੈਂਪਰੇਚਰ ਨੂੰ ਠੰਡਾ ਕਰਕੇ ਰੱਖਣਾ ਪੈਂਦਾ ਸੀ ਬਾਡੀ ਨੂੰ, ਅਤੇ ਕੂਲ ਕਰਨ ਲਈ ਉਹਨੂੰ ਥੜਾ ਪਸੀਨਾ ਲਿਆਉਣਾ ਪੈਂਦਾ ਸੀ। ਸਰਦੀਆਂ ਆ ਗਈਆਂ ਤਾਂ ਉਲਟਾ ਹੋ ਗਿਆ ਕਿ ਅੰਦਰਲੀ ਸੀਟ ਨੂੰ ਬਚਾ ਕੇ ਰੱਖਣਾ ਪਊਗਾ, ਨਹੀਂ ਤਾਂ ਬੰਦਾ ਮਰ ਜਾਏਗਾ। ਤਾਂ ਲਗਾਤਾਰ ਸਾਡੇ ਸੈੱਲਾਂ ਨੂੰ ਕਲਾਈਮੇਟ ਦੇ ਹਿਸਾਬ ਨਾਲ, ਬਾਕੀ ਇਨਵਾਇਰਮੈਂਟ ਦੀਆਂ ਹੋਰ ਚੀਜ਼ਾਂ ਦੇ ਹਿਸਾਬ ਨਾਲ, ਕਦੀ ਹਵਾ ਤੇਜ਼ ਚੱਲ ਰਹੀ ਹੈ, ਕਦੀ ਹੌਲੀ ਚੱਲ ਰਹੀ ਹੈ, ਕਦੀ ਧੁੱਪ ਤੇਜ਼ ਲੱਗ ਰਹੀ ਹੈ, ਕਦੀ ਹੌਲੀ ਲੱਗ ਰਹੀ ਹੈ, ਕਦੀ ਤੁਹਾਡੇ ਆਲੇ ਦੁਆਲੇ ਜਿਹੜਾ ਵਾਤਾਵਰਨ ਹੈ, ਸੋਸ਼ਲ ਮਾਹੌਲ ਹੈ, ਉਹ ਬਹੁਤ ਅੱਛਾ ਹੈ, ਤੁਹਾਡੇ ਦੋਸਤ ਮਿੱਤਰ ਬੈਠੇ ਹੈ, ਕਦੇ ਤੁਸੀਂ ਦੁਸ਼ਮਣਾਂ 'ਚ ਘਿਰੇ ਹੋਏ ਹੋ। ਤਾਂ ਹਰ ਵੇਲੇ ਸਾਨੂੰ ਆਪਣੇ ਆਲੇ ਦੁਆਲੇ ਦੇ ਨਾਲ ਇੱਕ ਸੰਤੁਲਨ ਬਣਾ ਕੇ ਰੱਖਣਾ ਪੈਂਦਾ। ਉਹ ਸੰਤੁਲਨ ਕੌਣ ਬਣਾਉਂਦਾ? ਕਿਉਂਕਿ ਉਸ ਸੰਤੁਲਨ ਦੇ ਅੰਦਰ ਸਾਡੇ ਜੀਨਸ ਵੀ ਬਦਲਦੇ ਆ ਲਗਾਤਾਰ। ਜੀਨਸ ਕੋਈ ਫਿਕਸ ਨਹੀਂ ਹੁੰਦੇ, ਕਿਉਂਕਿ ਸਾਡੇ ਜੀਨ ਦੇ ਸਿਰ 'ਤੇ ਸਾਰਾ ਕੰਮ ਹੋਣਾ ਨਾ। ਜੋ ਸਾਡੇ ਜੀਨਸ ਆਰਡਰ ਕਰਨਗੇ ਉਹੀ ਕੰਮ ਹੋਣਾ। ਇਹਦਾ ਮਤਲਬ ਸਾਡੇ ਜੀਨਸ ਨੂੰ ਵੀ ਲਗਾਤਾਰ ਬਦਲਣਾ ਪੈਂਦਾ। ਹੁਣ ਜੀਨਸ ਨੂੰ ਕੌਣ ਬਦਲਦਾ? ਵਾਇਰਸਿਸ। ਵਾਇਰਸ ਐਡੇ ਜ਼ਿਆਦਾ ਸਟਰੋਂਗ ਨੇ ਕਿ ਸਾਡੇ ਜੀਨਸ ਨੂੰ ਉਹ ਰਿਪੇਅਰ ਵੀ ਕਰ ਲੈਂਦੇ ਆ। ਜੇ ਸਾਡੇ ਜੀਨਸ ਕੋਈ ਐਕਸਟਰਾ ਚੀਜ਼ ਆ ਗਈ ਜਿਹੜੀ ਕਿ ਉਹਨੂੰ ਨਹੀਂ ਚਾਹੀਦੀ, ਉਹਨੂੰ ਸ਼ਟ ਆਫ ਕਰ ਦਿੰਦੇ ਆ ਅਤੇ ਸਾਡੇ ਜੀਨਸ ਨੂੰ ਬਦਲ ਵੀ ਦਿੰਦੇ ਆ। ਤਾਂ ਵਾਇਰਸ ਜਿਹੜੇ ਨੇ ਉਹਨਾਂ ਦਾ ਰੋਲ ਸਾਡੇ ਜੀਨਸ ਵਰਗਾ। ਜਿਵੇਂ ਸਾਡੇ ਜੀਨ ਦਾ ਰੋਲ ਸਾਡੇ ਅੰਦਰ ਬਹੁਤ ਇੰਪੋਰਟੈਂਟ ਹੈ, ਇੱਦਾਂ ਹੀ ਵਾਇਰਸ ਦਾ ਰੋਲ ਵੀ ਸਾਡੇ ਸੈੱਲ ਦੇ ਅੰਦਰ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਇਸ ਕਰਕੇ ਜਿਹੜੇ ਵਾਇਰਸ ਅਤੇ ਬੈਕਟੀਰੀਆ ਨੇ, ਇਹ ਸਾਡੇ ਦੁਸ਼ਮਣ ਦੇ ਤੌਰ 'ਤੇ ਇਹਨਾਂ ਨੂੰ ਦੇਖਣਾ ਬਹੁਤ ਹੀ ਬਚਕਾਨਾ ਜਿਹੜੀ ਸਮਝ ਹੈ। ਇਹਨੂੰ ਸਾਇੰਸ ਕਹਿਣਾ ਨਹੀਂ ਚਾਹੀਦਾ। ਜਿਸ ਢੰਗ ਦੇ ਨਾਲ ਜੇ ਪਿਛਲੇ 1.5 ਸਾਲ 'ਚ ਸਾਰਾ ਵਰਤਾਰਾ ਕੀਤਾ ਗਿਆ, ਕਿਸੇ ਵਿਗਿਆਨਕ ਨੂੰ ਨਹੀਂ ਪੁੱਛਿਆ ਗਿਆ, ਕਿਸੇ ਕਮੇਟੀ ਨੂੰ ਨਹੀਂ ਪੁੱਛਿਆ ਗਿਆ, ਆਪਣੇ ਆਪ ਹੀ ਮੀਡੀਆ ਜੋ ਮਰਜ਼ੀ ਬੋਲੀ ਜਾਂਦਾ, ਹਰ ਬੰਦਾ ਐਕਸਪਰਟ ਬਣਿਆ ਬੈਠਾ, ਅਤੇ ਉਹ ਕਿਤੇ ਨਾ ਕਿਤੇ ਬਹੁਤ ਹੀ ਗੈਰ ਵਿਗਿਆਨਕ ਕਿਸਮ ਦਾ ਵਰਤਾਰਾ। ਅਸਲ 'ਚ ਜੇ ਦੇਖੀਏ, ਔਰ ਜਿਹੜੀ ਇਮਿਊਨਿਟੀ ਦੀ ਸਮਝ ਜਿਹੜੀ ਲੋਕਾਂ ਤੱਕ ਕੀਤੀ ਗਈ ਹੈ ਕਿ ਐਂਟੀਬਾਡੀ ਕੁਛ ਵੀ ਨਹੀਂ ਹੁੰਦੀਆਂ। ਐਂਟੀਬਾਡੀ ਤਾਂ ਬਹੁਤ ਆਰਜੀ ਵਰਤਾਰਾ, ਇਮੀਡੀਏਟ, ਕਿ ਐਂਟੀਬਾਡੀ ਪੈਦਾ ਕਰਕੇ ਸਰੀਰ ਫੌਰੀ ਤੌਰ 'ਤੇ ਉਸ ਜ਼ਹਿਰ ਨੂੰ, ਉਸ ਅਟੈਕ ਨੂੰ ਨਿਊਟਰਲਾਈਜ਼ ਕਰਦਾ। ਐਂਟੀਬਾਡੀ ਤਾਂ ਗੋਲੀ ਹੈ ਉਹ ਜਿਹੜੀ ਚਲਾ ਰਿਹਾ ਸਰੀਰ। ਉਹ ਜੇ ਗੋਲੀਆਂ ਚਲਾਉਣੀਆਂ ਬੰਦ ਕਰ ਦੇਵੇ ਤਾਂ ਐਂਟੀਬਾਡੀ ਖਤਮ। ਫਿਰ ਐਂਟੀਬਾਡੀ ਖਤਮ ਹੋ ਜਾਂਦੀ ਕੁਛ ਘੰਟਿਆਂ 'ਚ, ਕੁਛ ਦਿਨਾਂ 'ਚ ਹੀ ਖਤਮ ਹੋ ਜਾਂਦੀਆਂ ਨੇ। ਇਹਦਾ ਮਤਲਬ ਉਹ ਬੰਦੂਕ ਨਹੀਂ ਹੈ ਐਂਟੀਬਾਡੀ। ਐਂਟੀਬਾਡੀ ਗੋਲੀਆਂ, ਬੰਦੂਕ ਸਾਡੇ ਸੈੱਲ ਨੇ, ਉਹ ਟੀ ਸੈੱਲਸ ਨੇ ਜਿਹੜੇ ਮੈਮਰੀ ਰੱਖਦੇ ਆ ਉਹਨੂੰ। ਉਹ ਜਿਹੜੀ ਵਾਇਰਸ ਵੜੀ ਹੈ, ਜਿਸ ਵਾਇਰਸ ਨੇ ਸਰੀਰ ਨੂੰ ਨੁਕਸਾਨ ਕਰਨ ਵਾਲੀ ਸਮਰੱਥਾ ਰੱਖੀ ਸੀਗੀ, ਉਸ ਵਾਇਰਸ ਨੂੰ ਯਾਦ ਰੱਖਦੇ ਆ ਉਹ ਟੀ ਸੈੱਲਸ। ਫਿਰ ਟੀ ਸੈੱਲਸ ਬੀ ਸੈੱਲਸ ਨੂੰ ਕਹਿੰਦੇ ਆ ਕਿ ਤੂੰ ਐਂਟੀਬਾਡੀਜ਼ ਪ੍ਰੋਡਿਊਸ ਕਰ। ਫਿਰ ਬੀ ਸੈੱਲਸ ਵੀ ਕੁਛ ਉਹਦੀ ਮੈਮਰੀ ਰੱਖਦਾ, ਫਿਰ ਉਹ ਬੀ ਸੈੱਲਸ ਐਂਟੀਬਾਡੀਜ਼ ਬਣਾਉਂਦਾ। ਤਾਂ ਉਹ ਕਾਫੀ ਕੰਪਲੀਕੇਟਡ ਕੰਪਲੈਕਸ ਵਰਤਾਰਾ ਹੈ। ਇਹ ਇਕੱਲੀਆਂ ਐਂਟੀਬਾਡੀ ਦੀ ਗੱਲ ਕਰਕੇ ਲੋਕਾਂ ਨੂੰ ਡਰਾਉਣਾ ਜਾਂ ਲੋਕਾਂ ਨੂੰ ਉਸ ਢੰਗ ਨਾਲ ਜਿਹੜਾ ਹੈ ਖਾਸ ਦਿਸ਼ਾ 'ਚ ਲਿਜਾਣਾ, ਮੈਂ ਸਮਝਦਾ ਕਿ ਬਹੁਤ ਜਾਇਜ਼ ਨਹੀਂ ਹੈ। ਤਾਂ ਇਸ ਕਰਕੇ ਜਿਹੜੀ ਮੈਨੂੰ ਸਮਝ ਆਈ ਕਿ ਅਸਲ 'ਚ ਵਾਇਰਸ ਅਤੇ ਬੈਕਟੀਰੀਆ ਕਾਜ਼ ਨਹੀਂ ਹੈਗੇ ਬਿਮਾਰੀਆਂ ਦਾ। ਇਹ ਕਾਜ਼ ਹੈ ਹੀ ਨਹੀਂ। ਅਸਲ ਕਾਜ਼ ਕੋਈ ਨੇ, ਜਦੋਂ ਸਾਡਾ ਸਰੀਰ ਕੰਮ ਕਰਦਾ ਉਹਦੇ ਅੰਦਰ ਕੁਛ ਜ਼ਹਿਰੀਲਾ ਮਾਦਾ ਪੈਦਾ ਹੁੰਦਾ। ਜੋ ਅਸੀਂ ਖਾਣਾ ਹਜ਼ਮ ਕਰਦੇ ਹਾਂ ਉਦੋਂ ਵੀ ਜ਼ਹਿਰੀਲਾ ਮਾਦਾ ਪੈਦਾ ਹੁੰਦਾ। ਜੋ ਅਸੀਂ ਸਾਹ ਲੈਂਦੇ ਹਾਂ ਉਦੋਂ ਵੀ ਜ਼ਹਿਰੀਲਾ ਮਾਦਾ ਪੈਦਾ ਹੁੰਦਾ। ਜਦੋਂ ਸਾਡਾ ਦਿਲ ਧੜਕਦਾ, ਪੱਠੇ ਕੰਮ ਕਰਦੇ ਹਾਂ, ਉਦੋਂ ਵੀ ਜ਼ਹਿਰੀਲਾ ਮਾਦਾ ਪੈਦਾ ਹੁੰਦਾ। ਫਿਰ ਅਸੀਂ ਜਦੋਂ ਸੋਚਦੇ ਹਾਂ, ਸਪੋਜ਼ ਸਾਡੇ ਅੰਦਰ ਨਫ਼ਰਤ ਦਾ ਥਾਟ ਆ ਰਿਹਾ, ਸਾਡੇ ਅੰਦਰ ਬਦਲੇ ਦਾ ਥਾਟ ਆ ਰਿਹਾ, ਸਾਡੇ ਅੰਦਰ ਲੜਨ ਦਾ ਥਾਟ ਆ ਰਿਹਾ, ਗੁੱਸੇ ਦਾ ਥਾਟ ਆ ਰਿਹਾ, ਉਹਦੇ 'ਚ ਵੀ ਜ਼ਹਿਰ ਪੈਦਾ ਹੋ ਰਹੇ ਆ। ਫਿਰ ਸਾਡੇ ਹਵਾ ਜ਼ਹਿਰੀਲੀ ਹੈ, ਸਾਡਾ ਪਾਣੀ ਜ਼ਹਿਰੀਲਾ ਹੈ, ਸਾਡੀ ਮਿੱਟੀ ਜ਼ਹਿਰੀਲੀ ਹੈ, ਉਹ ਸਾਰੇ ਅੰਦਰ ਜਾ ਰਹੀਆਂ ਨੇ। ਫਿਰ ਸਾਡਾ ਭੋਜਨ ਜ਼ਹਿਰੀਲਾ ਹੈ, ਸਾਡੇ ਇੰਡਸਟਰੀਅਲ ਫੂਡਸ ਨੇ ਉਹ ਜ਼ਹਿਰੀਲੇ ਹੈ, ਸਾਡਾ ਫਾਸਟ ਫੂਡ ਉਹ ਜ਼ਹਿਰੀਲਾ ਹੈ, ਸਾਡੇ ਆਲੇ ਦੁਆਲੇ ਕਿੰਨੀਆਂ ਹੈਵੀ ਮੈਟਲਸ ਨੇ, ਸਾਡੇ ਆਲੇ ਦੁਆਲੇ ਜਿਹੜੀ ਸੈੱਲ ਫੋਨ ਨੇ ਇਹਨਾਂ ਦੀ ਰੇਡੀਏਸ਼ਨ ਹੈ
ਜਿਹੜੀ ਇਹ ਬਹੁਤ ਨੁਕਸਾਨ ਕਰਦੀ ਹੈ। ਸਾਡੇ ਉਹਦੇ ਨੇੜੇ ਟਾਵਰ ਲੱਗਾ ਹੋਇਆ, ਟਾਵਰ ਦੀ ਰੇਡੀਏਸ਼ਨ ਆ ਰਹੀ ਹੈ। ਸਾਡੇ ਆਲੇ ਦੁਆਲੇ ਜਿਹੜੇ ਯੂਰੇਨੀਅਮ ਵਰਗੀਆਂ ਧਾਤਾਂ ਨੇ ਜਿਹੜੀਆਂ, ਉਹ ਸਾਡੇ ਵਾਤਾਵਰਨ 'ਚ ਹੈਗੀ। ਤਾਂ ਕਿੰਨੀ ਇੱਕ ਲੰਬੀ ਲਿਸਟ ਹੈ ਜਿਹੜੀ ਸਾਡੇ ਸਰੀਰ ਦੇ ਵਿੱਚ ਵੜਦੀ ਰਹਿੰਦੀ ਹੈ। ਹੁਣ ਜਦੋਂ ਸਰੀਰ 'ਚੋਂ ਜ਼ਹਿਰ ਵੜਦੇ ਆ ਇੰਨੇ ਸਾਰੇ, ਜੇ ਆਪਾਂ ਲਿਸਟ ਬਣਾਵਾਂਗੇ ਤਾਂ ਘੱਟੋ ਘੱਟ ਮਤਲਬ 15-20 ਕਿਸਮ ਦੇ ਜ਼ਹਿਰਾਂ ਦਾ ਅਟੈਕ ਸਾਡੇ ਹਰ ਵੇਲੇ ਸਾਡੇ ਅੰਦਰ ਬਣਦੇ ਰਹਿੰਦੇ, ਉਹ ਚੀਜ਼ਾਂ ਬਾਹਰੋਂ ਆਉਂਦੇ ਰਹਿੰਦੇ ਆ। ਹੁਣ ਸਰੀਰ ਕੀ ਕਰਦਾ ਕਿ ਸਰੀਰ ਨੂੰ ਡੀਟੌਕਸੀਫਾਈ ਕਰਨਾ ਪੈਂਦਾ। ਮੈਂ ਉਹਨੂੰ ਕਿਹਾ DRRR ਕਰਨਾ ਪੈਂਦਾ ਸਰੀਰ ਨੂੰ ਲਗਾਤਾਰ। ਡੀ ਮੀਨਸ ਡੀਟੌਕਸੀਫਿਕੇਸ਼ਨ। ਸੋ ਜਾਂ ਤਾਂ ਉਹਨੂੰ ਬਾਹਰ ਕੱਢਣਾ ਪੈਂਦਾ ਜਾਂ ਉਹਨੂੰ ਡੀਟੌਕਸੀਫਾਈ ਕਰਨਾ ਪੈਂਦਾ। ਉਹ ਸਰੀਰ ਬਾਹਰ ਕੱਢਦਾ, ਗੁਰਦਿਆਂ ਰਾਹੀਂ ਪਿਸ਼ਾਬ 'ਚ ਕੱਢ ਦਿੰਦਾ, ਕੁਛ ਚੀਜ਼ਾਂ ਲੈਟਰਿਨ ਰਾਹੀਂ ਕੱਢ ਦਿੰਦਾ, ਕੁਛ ਚੀਜ਼ਾਂ ਪਸੀਨੇ ਰਾਹੀਂ ਕੱਢ ਦਿੰਦਾ, ਕੁਛ ਜਿਹੜੀਆਂ ਗੈਸਾਂ ਦੀ ਸ਼ਕਲ 'ਚ ਉਹ ਸਾਹ ਰਾਹੀਂ ਵੀ ਕੱਢ ਦਿੰਦਾ, ਕੁਛ ਲਿਵਰ ਨੂੰ ਆਰਡਰ ਕਰਦਾ ਕਿ ਤੂੰ ਉਹਨੂੰ ਨਿਊਟਰਲਾਈਜ਼ ਕਰ। ਲਿਵਰ ਕੋਲੇ ਪਾਵਰ ਹੈ ਕਿ ਉਹ ਜ਼ਹਿਰ ਦਾ ਜ਼ਹਿਰੀਲਾਪਨ ਖਤਮ ਕਰ ਸਕਦਾ। ਹਾਂ, ਸਰੀਰ ਦੇ ਹਰ ਸੈੱਲ 'ਚ ਹੈ। ਮਤਲਬ ਇਹ ਮੈਂ ਵੱਡੇ ਨਾਂ ਲੈ ਰਿਹਾ ਨਾ, ਅਸਲ 'ਚ ਹਰ ਸੈੱਲ ਦੇ ਵਿੱਚ ਪਾਵਰ ਹੈ ਇਹ ਡੀਟੌਕਸੀਫਾਈ ਕਰਨ ਦੀ। ਸਰੀਰ ਦੇ 1 ਕਰੋੜ ਸੈੱਲ ਨੇ, 1 ਕਰੋੜ ਯਾਨੀ ਕਿ ਇੱਕ ਦੇ ਨਾਲ 14 ਜ਼ੀਰੋ ਲਾ ਦਿਓ, ਉਹਨੇ ਸੈੱਲ ਨੇ ਸਾਡੇ ਅੰਦਰ। ਔਰ ਸਾਰੇ ਸੈੱਲ ਆਪਸ 'ਚ ਤਾਲਮੇਲ 'ਚ ਕੰਮ ਕਰਦੇ ਆ ਹਰ ਟਾਈਮ। ਉਹ ਜੋ ਸੈੱਲ ਤਾਲਮੇਲ 'ਚ ਕੰਮ ਕਰਦੇ ਆ ਤਾਂ ਹਰ ਸੈੱਲ ਜਿਹੜਾ ਉਹ ਡੀਟੌਕਸੀਫਾਈ ਕਰਦਾ ਆਪਣੇ ਆਪ ਨੂੰ। ਹਰ ਸੈੱਲ 'ਚ ਆਪਣੇ ਆਪ ਨੂੰ ਡੀਟੌਕਸੀਫਾਈ ਕਰਨ ਦੀ, ਜੇ ਉਹਦੇ ਅੰਦਰ ਜ਼ਹਿਰ ਵੜ ਜਾਂਦੇ ਆ ਤਾਂ ਉਹ ਜ਼ਹਿਰ ਨੂੰ ਬਾਹਰ ਕੱਢਣ ਦੀ ਸਮਰੱਥਾ ਰੱਖਦਾ। ਇਹਨੂੰ ਕਹਿੰਦੇ ਅਸੀਂ ਡੀਟੌਕਸੀਫਿਕੇਸ਼ਨ। RRR, ਇੱਕ R ਹੈ ਰਿਪੇਅਰ। ਲਗਾਤਾਰ ਸਰੀਰ ਟੁੱਟ ਭੱਜ ਹੁੰਦੀ ਰਹਿੰਦੀ ਹੈ, ਉਹਨੂੰ ਰਿਪੇਅਰ ਕਰਨਾ ਪੈਂਦਾ। ਔਰ ਬਾਡੀ ਦੇ ਅੰਦਰ ਇੱਕ ਇਮੈਂਸ ਪਾਵਰ ਹੈ। ਉਹ ਇੰਨੀ ਪਾਵਰ ਹੈ ਕਿ ਤੁਸੀਂ ਜਦੋਂ ਜਿਹੜਾ ਬੰਦਾ ਧਿਆਨ ਨਾਲ ਦੇਖਦਾ ਹੈ, ਉਸ ਪਾਵਰ ਨੂੰ ਸਮਝਦਾ, ਤਾਂ ਉਹਦੇ ਸਰੀਰ 'ਚੋਂ ਵਾਹੋ ਹੀ ਨਿਕਲਦਾ ਵੀ ਕਿਆ ਬਾਤ ਹੈ, ਕਿੱਡੀ ਨੇਚਰ ਗ੍ਰੇਟ ਹੈ ਕਿ ਉਹਨੇ ਆਪਣੇ ਆਪ ਨੂੰ ਰਿਪੇਅਰ ਕਰਨ ਦਾ ਸਿਸਟਮ ਆਪ ਹੀ ਪਾ ਰੱਖਿਆ। ਕੋਈ ਦੁਨੀਆ ਦੀ ਐਸੀ ਮਸ਼ੀਨ ਨਹੀਂ ਹੈ ਜਿਹੜੀ ਬੰਦੇ ਨੇ ਬਣਾਈ ਹੋਵੇ ਤੇ ਆਪਣੇ ਆਪ ਨੂੰ ਰਿਪੇਅਰ ਕਰ ਲਵੇ। ਇੱਕ ਕੁਦਰਤ ਦੀ, ਪਰਮਾਤਮਾ ਦੀ ਬਣਾਈ ਹੋਈ ਮਸ਼ੀਨ ਹੈ ਜਿਹਦੇ ਅੰਦਰ ਪਾਵਰ ਹੈ ਕਿ ਨੁਕਸ ਪੈਣ ਸਾਰ ਉਹ ਆਪਣੇ ਆਪ ਨੂੰ ਰਿਪੇਅਰ ਕਰਦੀ ਹੈ। ਨਾਲ ਜੀਨਸ ਤੱਕ ਨੋਨ ਹੈ ਕਿ ਜੀਨਸ ਆਪਣੇ ਆਪ ਨੂੰ ਰਿਪੇਅਰ ਕਰ ਲੈਂਦੇ ਆ। ਜੀਨਸ ਦੀ ਰਿਪੇਅਰ ਤੋਂ ਲੈ ਕੇ ਅੰਗਾਂ ਦੀ ਰਿਪੇਅਰ ਤੱਕ ਨੋਨ ਹੈ ਕਿ ਅੰਗ ਦਾ ਇੱਕ ਹਿੱਸਾ ਕੱਟਿਆ ਜਾਵੇ ਤਾਂ ਉਹ ਅੰਗ ਫਿਰ ਪੂਰਾ ਬਣ ਜਾਂਦਾ। ਕੁਛ ਜੀਵਾਂ 'ਚ ਜਿਵੇਂ ਪਤਾ ਆਪਾਂ ਨੂੰ ਕਿ ਗੜੋਏ ਰੂਪਾ ਵਿਚਾਲੋਂ ਕੱਟਦੀ ਹੈ, ਦੂਜਾ ਹਿੱਸਾ ਗੜੋਏ ਦਾ ਬਣ ਜਾਂਦਾ। ਜੇ 2 'ਚ ਕੱਟਦੇ ਉਹਨੂੰ ਤਾਂ ਦੂਜਾ ਹਿੱਸਾ ਬਣ ਜਾਂਦਾ। ਬਹੁਤ ਸਾਰੇ ਜੀਵ ਨੇ ਇੱਦਾਂ ਦੇ ਕਿ ਜਿਹਨਾਂ ਨੂੰ ਤੁਸੀਂ ਕੱਟ ਦਿਓ ਤਾਂ ਦੂਜਾ ਹਿੱਸਾ ਬਣਾ ਲੈਂਦੇ ਆਪਣੇ। ਜਿਵੇਂ ਛਿਪਕਲੀ ਆ, ਉਹ ਜਦੋਂ ਡਰ ਜਾਂਦੀ ਤਾਂ ਪੂਛ ਸਿੱਟ ਦਿੰਦੀ ਹੈ, ਉਹਦੀ ਡਿਫੈਂਸ ਸਿਸਟਮ ਹੈ, ਉਹ ਪੂਛ ਭੁੜਕਦੀ ਰਹਿੰਦੀ ਹੈ ਅਤੇ ਉਹਦਾ ਜਿਹੜਾ ਸ਼ਿਕਾਰੀ ਹੁੰਦਾ ਉਹਦਾ ਧਿਆਨ ਪੂਛ ਵੱਲ ਜਾਂਦਾ ਅਤੇ ਛਿਪਕਲੀ ਭੱਜ ਜਾਂਦੀ ਹੈ। ਉਹਨੂੰ ਡਿਫੈਂਸ ਸਿਸਟਮ ਦਿੱਤਾ ਕੁਦਰਤ ਨੇ ਵੀ ਜਦੋਂ ਡਰ ਜਾਂਦੀ ਹੈ ਤਾਂ ਉਹਦੇ ਇੰਨੀ ਕੁ ਪੂਛ ਨੂੰ ਉਹ ਸ਼ੈਡ ਆਫ ਕਰ ਦਿੰਦੀ। ਦੂਰੋਂ ਦੇਖਿਆ ਹੋਣਾ, ਉਹ ਪੂਛ ਫਿਰ ਬਹੁਤ ਜ਼ੋਰ ਦੀ ਭੁੜਕਦੀ ਹੈ ਅਤੇ ਜਿਹੜਾ ਸ਼ਿਕਾਰੀ ਹੁੰਦਾ ਉਹ ਪੂਛ ਵੱਲ ਦੀ ਇੱਕ ਦੇਖਦਾ ਰਹਿ ਜਾਂਦਾ, ਛਿਪਕਲੀ ਦੌੜ ਜਾਂਦੀ ਹੈ। ਇਹ ਕੁਦਰਤ ਨੂੰ ਡਿਫੈਂਸ ਦਿੱਤਾ। ਤਾਂ ਉਹ ਜਿਹੜੀ ਪੂਛ ਥੋੜ੍ਹਾ ਲੰਡੀ ਥੋੜ੍ਹਾ ਫਿਰਦੀ ਰਹਿੰਦੀ ਉਹ ਛਿਪਕਲੀ, ਥੋੜ੍ਹੀ ਦਿਨਾਂ 'ਚ ਉਹਦੀ ਪੂਛ ਫਿਰ ਗਰੋ ਕਰ ਜਾਂਦੀ ਹੈ। ਤਾਂ ਇਹ ਕੁਦਰਤ ਦੇ ਅੰਦਰ ਕਮਾਲ ਦਾ ਰਿਪੇਅਰ ਸਿਸਟਮ ਹੈ। ਸੋ ਇੱਕ R ਹੋ ਗਿਆ ਰਿਪੇਅਰ। ਦੂਸਰਾ R ਹੋ ਗਿਆ ਰੀਜੂਵੀਨੇਸ਼ਨ। ਰੀਜੂਵੀਨੇਸ਼ਨ ਦਾ ਮਤਲਬ ਜਿਹੜੀ ਚੀਜ਼ ਕਮਜ਼ੋਰ ਹੋ ਗਈ ਉਹ ਫਿਰ ਤੋਂ ਮਜ਼ਬੂਤ ਹੋ ਜਾਂਦੀ ਹੈ, ਉਹ ਕੋਈ ਅੰਗ ਸਾਡਾ ਕਮਜ਼ੋਰ ਪੈ ਗਿਆ, ਕੋਈ ਬਿਮਾਰੀ ਲੱਗੀ ਉਹਨੂੰ, ਕੋਈ ਜ਼ਹਿਰ ਦਾ ਅਸਰ ਜ਼ਿਆਦਾ ਹੋ ਗਿਆ, ਕੋਈ ਤੁਸੀਂ ਜ਼ਹਿਰੀਲੀ ਚੀਜ਼ ਖਾ ਗਏ, ਤੁਹਾਡੇ ਕੋਈ ਤੁਹਾਡੇ ਮਨ 'ਤੇ ਟੌਕਸਿਕ ਥਾਟ ਇੰਨਾ ਜ਼ਿਆਦਾ ਅਸਰ ਕਰ ਗਿਆ, ਜਾਂ ਕੋਈ ਦਵਾਈ ਖਾ ਲਈ ਤਾਂ ਤੁਹਾਡਾ ਅੰਗ ਡੈਮੇਜ ਹੋ ਗਿਆ, ਤਾਂ ਉਹਦੇ ਵਿੱਚ ਰੀਜੂਵੀਨੇਟ ਕਰ ਜਾਂਦਾ। ਉਹਨੂੰ ਨਹੀਂ ਕਹਿੰਦੇ ਰੀਜੂਵੀਨੇਸ਼ਨ। ਅਤੇ ਤੀਜਾ ਹੈ ਰੀਜਨਰੇਸ਼ਨ, ਕਿ ਕੋਈ ਚੀਜ਼ ਜਿਹੜੀ ਮਰ ਗਈ ਉਹ ਰੀਜਨਰੇਟ ਹੋ ਜਾਂਦੀ ਹੈ ਬਾਡੀ 'ਚ। ਮਤਲਬ ਅਸੀਂ ਗੁਰਦੇ ਨਾਲ ਸਾਡੇ ਕੋਲ ਮਰੀਜ਼ ਆਉਂਦੇ ਆ ਜਿਨ੍ਹਾਂ ਦੇ ਗੁਰਦੇ ਫੇਲ ਹੋ ਰਹੇ ਹੁੰਦੇ ਆ, ਕ੍ਰੀਏਟਿਨ ਵਧਣ ਲੱਗ ਜਾਂਦੀ, ਯੂਰੀਆ ਵਧਣ ਲੱਗ ਜਾਂਦਾ, ਅਸੀਂ ਉਹਨੂੰ ਡਾਇਟ ਦਿੰਦੇ ਹਾਂ ਤਾਂ ਉਹਦੀ ਗੁਰਦੇ ਜਿਹੜੇ ਨੇ ਹੁਣ ਜਦੋਂ ਯੂਰੀਆ ਕ੍ਰੀਏਟਿਨ ਵੱਧ ਜਾਂਦਾ ਤਾਂ ਮਤਲਬ ਗੁਰਦੇ 20% ਕੰਮ ਕਰਦੇ ਆ। ਫਿਰ ਜਦੋਂ ਦੇਈ ਜਾਂਦੇ ਆ ਡਾਇਟ 'ਤੇ ਅੱਛੀ ਬਾਕੀ ਗੱਲਾਂ ਤਾਂ ਉਹ ਕਿਡਨੀ ਯੂਰੀਆ ਕ੍ਰੀਏਟਿਨ ਘਟਣ ਲੱਗ ਜਾਂਦੇ ਆ। ਇਹਦਾ ਮਤਲਬ ਉਹਦੀ ਕਿਡਨੀ ਰੀਜਨਰੇਟ ਕਰ ਰਹੀ ਹੈ, ਰੀਜਨਰੇਟ ਕਰ ਗਈ ਕਿਉਂਕਿ ਉਹਨੂੰ ਅਸੀਂ ਮਾਹੌਲ ਦੇ ਦਿੱਤਾ। ਤਾਂ ਇਹ ਹੈ DRRR, ਡੀਟੌਕਸੀਫਿਕੇਸ਼ਨ, ਰਿਪੇਅਰ, ਰੀਜੂਵੀਨੇਸ਼ਨ ਅਤੇ ਰੀਜਨਰੇਸ਼ਨ। ਇਹ ਕੁਦਰਤ ਦਾ ਵਰਦਾਨ ਹੈ ਸਾਨੂੰ। ਕੁਦਰਤ ਨੇ ਇਹ ਵਰਦਾਨ ਕਿਉਂ ਦਿੱਤਾ? ਕੁਦਰਤ ਚਾਹੁੰਦੀ ਹੈ ਕਿ ਮੈਂ ਉਹਨੂੰ ਜਿੰਨੇ ਟਾਈਮ ਲਈ ਬਣਾਇਆ ਇਹ ਬੰਦਾ ਉਹਨਾਂ ਚਿਰ ਜਿਉਵੇਂ। ਮੈਂ ਉਹਨੂੰ 125 ਸਾਲ ਲਈ ਬਣਾਇਆ ਅਤੇ ਬੰਦੇ ਉਹਨੂੰ 125 ਸਾਲ ਲਿਜਾਣ ਦੀ ਕੋਸ਼ਿਸ਼ ਕਰਦੀ, ਹਰ ਮੁਮਕਿਨ ਕੋਸ਼ਿਸ਼ ਕਰਦੀ ਹੈ ਕੁਦਰਤ। ਉਹਦੇ ਲਈ ਉਹਨੇ ਇਹ 4 ਚੀਜ਼ਾਂ ਬਣਾਈਆਂ ਨੇ, ਡੀਟੌਕਸੀਫਿਕੇਸ਼ਨ, ਰਿਪੇਅਰ, ਰੀਜੂਵੀਨੇਸ਼ਨ ਅਤੇ ਰੀਜਨਰੇਸ਼ਨ। ਹੁਣ ਜਿਹੜੀ ਇਹ ਪ੍ਰੋਸੈਸ ਨੇ ਇਹ ਬਾਡੀ 'ਚ ਵੀਕ ਹੋ ਜਾਂਦੇ ਆ, ਕਈ ਵਾਰੀ ਕਮਜ਼ੋਰ ਪੈ ਜਾਂਦੇ ਆ, ਕਿਉਂਕਿ ਬਾਡੀ ਅਸੀਂ ਆਪਣਾ ਰੂਟੀਨ ਬੜਾ ਗੰਦਾ। ਆਪਾਂ ਸੋਚਣ ਦੇ ਲੱਗਿਆਂ ਵੀ ਨਹੀਂ ਸੋਚਦੇ, ਵੀ ਕਿਸੇ ਨਾਲ ਨਫ਼ਰਤ ਕਰਦੇ ਹਾਂ, ਨੈਗੇਟਿਵ ਥਾਟਸ ਨੇ, ਗੁੱਸਾ ਵੀ ਕਰਦੇ ਹਾਂ, ਬਦਲੇ ਦੀ ਭਾਵਨਾ ਵੀ ਰੱਖਦੇ ਹਾਂ, ਫਿਰ ਅਵਾ ਤਵਾ ਖਾਂਦੇ ਹਾਂ,
ਵਰਜਿਸ਼ ਨਹੀਂ ਕਰਦੇ, ਸੈਰ ਨਹੀਂ ਕਰਦੇ, ਮੈਡੀਟੇਸ਼ਨ ਨਹੀਂ ਕਰਦੇ, ਤਾਂ ਉਹ ਕੀ ਹੁੰਦਾ ਕਿ ਸਾਡੀਆਂ ਚਾਰੇ ਪਾਵਰਾਂ ਵੀਕ ਹੋ ਜਾਂਦੀਆਂ ਨੇ। ਰਿਪੇਅਰ ਕਰਨ ਦੀ ਪਾਵਰ, ਜਿਹੜੀ ਡੀਟੌਕਸੀਫਿਕੇਸ਼ਨ ਦੀ ਪਾਵਰ, ਰਿਪੇਅਰ ਦੀ ਪਾਵਰ, ਰਿਜੂਨੇਸ਼ਨ ਦੀ ਪਾਵਰ ਤੇ ਰੀਜਨਰੇਸ਼ਨ ਦੀ ਪਾਵਰ ਵੀਕ ਹੋ ਜਾਂਦੀ ਹੈ। ਇੱਥੇ ਆ ਕੇ ਬਾਡੀ ਕੀ ਕਰਦੀ ਹੈ? ਬਾਡੀ ਡਿਜ਼ੀਜ਼ ਇਨਵਾਈਟ ਕਰਦੀ ਹੈ। ਬਾਡੀ ਆ ਕੇ ਵਾਇਰਸ ਤੇ ਬੈਕਟੀਰੀਆ ਨੂੰ ਇਨਵੀਟੇਸ਼ਨ ਦਿੰਦੀ ਹੈ, ਆਓ ਸਿੰਪਟਮ ਪ੍ਰੋਡਿਊਸ ਕਰੋ, ਮੇਰੇ 'ਚ ਸਿੰਪਟਮ ਪ੍ਰੋਡਿਊਸ ਕਰੋ। ਜ਼ੁਕਾਮ ਲਾਓ, ਮੈਨੂੰ ਖਾਂਸੀ ਲਾਓ, ਮੈਨੂੰ ਟੱਟੀਆਂ ਉਲਟੀਆਂ ਲਾਓ, ਮੈਨੂੰ ਬੁਖਾਰ ਕਰੋ, ਮੈਨੂੰ ਫਿੰਸੀਆਂ ਫੋੜੇ ਕਰੋ, ਤਾਂ ਕਿ ਉਹਦੀ ਪਾਵਰ ਵੀਕ ਹੋ ਰਹੀ ਹੈ ਮੇਰੀ, ਉਹਨੂੰ ਸਟਿਮੂਲਸ ਮਿਲੇ ਕਿ ਫਿਰ ਤੋਂ ਤੇਜ਼ ਹੋ ਜਾਵੇ, ਤਾਂ ਕਿ ਮੇਰੀ ਉਮਰ ਮੈਂ ਪੂਰੀ ਉਮਰ ਭੋਗ ਸਕਾਂ। ਤਾਂ ਇਹ ਇੱਥੇ ਤੱਕ ਸਾਇੰਸ ਪਹੁੰਚ ਚੁੱਕੀ ਹੈ। ਤੁਸੀਂ ਇਮੈਜਿਨ ਕਰੋ ਕਿੱਥੇ ਅਸੀਂ ਫਿਰਦੇ ਹਾਂ ਕਿ ਅਸੀਂ ਇੱਕ ਜ਼ੁਕਾਮ ਦੀ ਵਾਇਰਸ ਤੋਂ ਡਰ ਕੇ ਚੂਹੇ ਵਾਂਗੂ ਘਰਾਂ 'ਚ ਬੜੇ ਬੈਠੇ ਹਾਂ। ਕੁਦਰਤ ਕਹਿੰਦੀ ਹੈ, ਸਾਇੰਸ ਕਹਿੰਦੀ ਹੈ ਕਿ ਬਾਡੀ ਆਪਣੀਆਂ ਚਾਰੇ ਪਾਵਰਾਂ ਡੀਟੌਕਸੀਫਿਕੇਸ਼ਨ, ਰਿਪੇਅਰ, ਰੀਜੂਵੀਨੇਸ਼ਨ ਤੇ ਰੀਜਨਰੇਸ਼ਨ ਨੂੰ ਵਧਾਉਣ ਲਈ ਬੈਕਟੀਰੀਆ ਤੇ ਵਾਇਰਸ ਨੂੰ ਸੱਦਾ ਦਿੰਦੀ ਹੈ। ਉਹਨਾਂ ਨੂੰ ਕਹਿੰਦੀ ਆਓ ਮੈਨੂੰ ਜ਼ੁਕਾਮ ਲਾਓ। ਜ਼ੁਕਾਮ ਲੱਗਣਾ ਬਹੁਤ ਪੋਜ਼ੀਟਿਵ ਸਾਈਨ ਹੈ, ਇਟਸ ਨਾਟ ਏ ਨੈਗੇਟਿਵ ਸਾਈਨ। ਫੀਵਰ ਹੋਣਾ ਪੋਜ਼ੀਟਿਵ ਸਾਈਨ ਹੈ, ਨਾਟ ਏ ਨੈਗੇਟਿਵ ਸਾਈਨ। ਡਾਇਰੀਆ ਹੋਣਾ ਪੋਜ਼ੀਟਿਵ ਸਾਈਨ ਹੈ, ਨਹੀਂ ਨੈਗੇਟਿਵ ਸਾਈਨ। ਫੋੜੇ ਫਿੰਸੀਆਂ ਹੋਣਾ ਪੋਜ਼ੀਟਿਵ ਸਾਈਨ ਹੈ। ਤਾਂ ਇਹ ਪੋਜ਼ੀਟਿਵ ਸਾਈਨ ਨੇ ਜਿਹੜੇ ਸਾਨੂੰ ਅਲਾਮਤਾਂ ਸਾਰੀਆਂ, ਛਿੱਕਾਂ ਲੱਗਣੀਆਂ, ਖਾਂਸੀ ਲੱਗਣੀ, ਖਾਰਿਸ਼ ਹੋਣੀ, ਦਰਦ ਹੋਣੀ, ਬੁਖਾਰ ਹੋਣਾ, ਇਹ ਸਾਰੇ ਕੀ ਸਾਈਨ ਨੇ? ਇਹ ਸਾਈਨ ਨੇ ਤਾਂ ਕਿ ਤੁਹਾਡੀਆਂ ਉਹ ਚਾਰੇ ਪਾਵਰ ਜਿਹੜੀਆਂ ਨੇ ਉਹ ਫਿਰ ਤੋਂ ਜਾਗਰਤ ਹੋਣ, ਜਿਹੜੀ ਸੌਂ ਰਹੀਆਂ ਨੇ, ਸੁਸਤ ਹੋ ਗਈਆਂ ਨੇ, ਉਹ ਫਿਰ ਤੋਂ ਪ੍ਰਚੰਡ ਹੋ ਜਾਣ, ਤਾਂ ਕਿ ਕੋਈ ਖਤਰਨਾਕ ਕੱਲ੍ਹ ਨੂੰ ਗੱਲ ਐਕਸੀਡੈਂਟਲੀ ਹੋ ਜਾਵੇ ਤੁਹਾਡੇ ਨਾਲ, ਜਾਂ ਤੁਸੀਂ ਇਹੋ ਜਿਹੇ ਕਿਸੇ ਜੀਵ ਜੰਤੂ ਦੇ ਇਨ ਟੱਚ ਆ ਗਏ ਜਿਹਦੀ ਵਾਇਰਸ ਨਾਲ ਤੁਹਾਡੀ ਬਾਡੀ ਫੈਮਿਲੀਅਰ ਨਹੀਂ ਹੈ, ਉਹ ਤੁਹਾਨੂੰ ਕੱਲ੍ਹ ਨੂੰ ਵਾਇਰਸ ਮਾਰ ਸਕਦੀ ਹੈ, ਕਿਉਂਕਿ ਤੁਸੀਂ ਪਹਿਲਾਂ ਫੈਮਿਲੀਅਰ ਨਹੀਂ ਹੈਗੇ। ਉਹਦੇ ਲਈ ਤੁਸੀਂ ਪ੍ਰੀਪੇਅਰਡ ਰਹੋ। ਜੇ ਉਹ ਪਹਿਲਾਂ ਸੁਸਤ ਪਈ ਤੁਹਾਡੀ ਇਮਿਊਨਿਟੀ, ਜਿਵੇਂ ਆਪਾਂ ਆਮ ਭਾਸ਼ਾ 'ਚ ਇਮਿਊਨਿਟੀ ਕਰ ਰਹੇ ਹਾਂ, ਉਹ ਆਮ ਭਾਸ਼ਾ 'ਚ ਇਮਿਊਨਿਟੀ ਕਹਿ ਰਹੇ ਨੇ, ਉਹਨੂੰ ਜਿਹੜੀਆਂ ਚਾਰ ਪਾਵਰ ਵਰਤ ਕਹਿਤੀਆਂ ਮੈਂ, ਉਹਨੂੰ ਇਮਿਊਨਿਟੀ ਵੀ ਕਿਹਾ ਜਾ ਸਕਦਾ। ਕੈਂਸਰ ਬਣ ਜਾਂਦਾ ਕਈ ਵਾਰੀ, ਜੇ ਕੋਈ ਕੈਂਸਰ ਕਾਰਕ ਆ ਗਏ ਸਟਰੋਂਗ, ਹੁਣ ਬਾਹਰ ਆਲੇ ਦੁਆਲੇ ਪੋਲਿਊਸ਼ਨ ਕਿੰਨਾ ਹੈ, ਤਾਂ ਉਹ ਸਾਰਾ ਉਹ ਜਿਹੜੀ ਪਾਵਰ ਹੈ ਇਮਿਊਨਿਟੀ ਕਹਿ ਲਓ, ਉਹਨੂੰ ਰਿਪੇਅਰ, ਰੀਜਨਰੇਸ਼ਨ, ਰਿਜੂਵੀਨੇਸ਼ਨ ਕਹਿ ਲਓ, ਉਹਨੂੰ ਲਿਵਿੰਗਨੈਸ ਕਹਿ ਲਓ, ਉਹਨੂੰ ਯੋਗਾ ਪ੍ਰਾਣ ਊਰਜਾ ਕਹਿੰਦਾ ਹੈ, ਪ੍ਰਾਣ ਊਰਜਾ ਕਹਿ ਲਓ, ਉਹਨੂੰ ਕੁਦਰਤ ਦੀ ਜਿਹੜੀ ਡਿਫੈਂਸ ਸਿਸਟਮ ਕਹਿ ਲਓ। ਇਹ ਅੱਡ ਨਾਂ ਨੇ, ਇੱਕੋ ਹੀ ਸ਼ਕਤੀ ਆ, ਉਹ ਸ਼ਕਤੀ ਆ, ਉਹ ਇੱਕ ਪ੍ਰੋਸੈਸ ਹੈ, ਉਹ ਸੈਂਕੜੇ ਹਜ਼ਾਰਾਂ ਕਿਰਿਆਵਾਂ ਨੇ, ਇੱਕ ਕਿਰਿਆ ਨਹੀਂ ਹੈ। ਉਹ ਸਾਰੇ ਨੂੰ ਮਜ਼ਬੂਤ ਕਰਨ ਲਈ ਬਾਡੀ ਜਿਹੜੀ ਹੈ ਉਹ ਬੈਕਟੀਰੀਆ ਵਾਇਰਸ ਦੀ ਹੈਲਪ ਲੈਂਦੀ ਹੈ। ਇਸ ਕਰਕੇ ਬੈਕਟੀਰੀਆ ਵਾਇਰਸ ਦੀ ਡਿਜ਼ੀਜ਼ ਨੂੰ ਆਪਣੇ ਉੱਪਰ ਅਟੈਕ ਨਹੀਂ ਸਮਝਣਾ ਚਾਹੀਦਾ, ਉਹਨੂੰ ਇੱਕ ਰਿਸੀਵ ਕਰਨਾ ਚਾਹੀਦਾ ਪ੍ਰੇਮ ਪੂਰਵਕ, ਸ਼ਰਧਾ ਪੂਰਵਕ ਅਤੇ ਨੇਚਰ ਦੀ ਗਿਫਟ ਸਮਝ ਕੇ। ਇਹਨੂੰ ਇੱਦਾਂ ਡੀਲ ਕਰਨਾ ਚਾਹੀਦਾ ਕਿ ਉਹ ਬਿਮਾਰੀ ਬਹੁਤ ਵੱਧ ਕੇ ਤੁਹਾਨੂੰ ਨੁਕਸਾਨ ਵੀ ਨਾ ਕਰੇ, ਪਰ ਉਹਨੂੰ ਇੱਕਦਮ ਮਾਰ ਧਾੜ ਨਹੀਂ ਕਰਨੀ ਚਾਹੀਦੀ, ਜਿਵੇਂ ਅਸੀਂ ਐਂਟੀਬਾਇਓਟਿਕ ਦਾ ਦਿੰਦੇ ਹਾਂ। ਐਂਟੀਬਾਇਓਟਿਕ ਦਾ ਵਰਤਾਰਾ ਜਿਹੜਾ ਸਿਰਫ ਲਾਸਟ ਮੂਮੈਂਟ ਤੱਕ ਤੇ ਰਿਜ਼ਰਵ ਰੱਖਣਾ ਚਾਹੀਦਾ, ਜਿੱਥੇ ਕਿ ਕੋਈ ਲਾਈਫ ਥ੍ਰੈਟਨਿੰਗ ਇਨਫੈਕਸ਼ਨ ਹੋ ਗਈ ਸਡਨਲੀ, ਜਾਂ ਕੋਈ ਬੰਦਾ ਐਸਾ ਅਣਗੌਲਿਆ ਕਿ ਉਹਨੇ ਆਪਣੀਆਂ ਬੇਵਕੂਫੀਆਂ ਨਾਲ ਤਕਲੀਫ ਵਧਾ ਲਈ ਬਹੁਤ ਜ਼ਿਆਦਾ, ਫਿਰ ਉਹਦੇ 'ਤੇ ਰਿਜ਼ਰਵ ਰੱਖੋ। ਅਦਰਵਾਈਜ਼ ਸ਼ੁਰੂ 'ਚ ਕੋਈ ਐਂਟੀਬਾਇਓਟਿਕ ਯੂਜ਼ ਨਾ ਕਰੋ, ਕੋਈ ਡਰਾਸਟਿਕ ਮੈਥਡ ਨਾ ਯੂਜ਼ ਕਰੋ ਜਿਹਦੇ ਨਾਲ ਕਿ ਬੁਖਾਰ ਤਾਰਨ ਵਾਲੇ ਤੜਾ ਡੋਲੋ ਤੇ ਉਹ ਦੇਈ ਜਾਂਦੇ ਆ, ਪੇਨ ਕਿਲਰ ਖਾਈ ਜਾਂਦੇ ਆ, ਛਿੱਕਾਂ ਦਵਾਈ ਜਾਂਦੇ ਆ, ਖਾਂਸੀ ਦਵਾਈ ਜਾਂਦੇ ਆ। ਉਹਨੂੰ ਉਸ ਕੁਦਰਤ ਦੀ ਭਾਸ਼ਾ ਨੂੰ ਆਪਾਂ ਸਮਝੀਏ ਕਿ ਕੁਦਰਤ ਅਲਾਮਤਾਂ ਪੈਦਾ ਕਰਕੇ ਸਾਡੇ ਸਿਸਟਮ ਨੂੰ ਸਟਰੋਂਗ ਕਰ ਰਹੀ ਆ। ਉਹ ਅਲਾਮਤਾਂ ਕੀ ਨੇ? ਫਿਰ ਮੈਂ ਰਿਪੀਟ ਕਰਦਾ, ਜ਼ੁਕਾਮ ਲੱਗਣਾ ਸਭ ਤੋਂ ਵੰਡਰਫੁਲ ਫਿਨੋਮੀਨਾ ਜ਼ੁਕਾਮ ਹੈ, ਤਾਂ ਹੀ ਸਭ ਤੋਂ ਜ਼ਿਆਦਾ ਲੱਗਦਾ ਹੈ। ਦੇਖੋ ਕਿੰਨਾ ਵਧੀਆ ਪਾਣੀ ਪਰਲ ਵਗਦਾ ਨਾ ਨੱਕ 'ਚੋਂ, ਉਹ ਜਿਹੜਾ ਪਾਣੀ ਵਗ ਰਿਹਾ ਕੀ ਆ? ਉਹ ਡੀਟੌਕਸੀਫਿਕੇਸ਼ਨ ਹੈ ਕਿ ਬਾਡੀ ਤੁਹਾਡਾ ਸਰੀਰ ਉਹ ਪਾਣੀ 'ਚ ਘੋਲ ਕੇ, ਉਹ ਲੇਸਲੇ ਜੇ ਪਾਣੀ 'ਚ ਘੋਲ ਕੇ ਸਾਰਾ ਕੁਝ ਕੱਢੀ ਜਾ ਰਿਹਾ, ਬਾਹਰ ਸਿੱਟੀ ਜਾ ਰਿਹਾ। ਤੁਸੀਂ ਬੇਵਕੂਫ ਹੋ ਕਿ ਤੁਸੀਂ ਏਵਲ ਖਾ ਲਈ, ਤੇ ਕਦੀ ਸੈਟਰੀਜਨ ਖਾ ਲਈ, ਤੇ ਕਦੀ ਉਹਨੂੰ ਰੋਕ ਦਿੰਦੇ ਹੋ। ਫਿਰ ਖਾਂਸੀ ਕਰਕੇ ਜੋ ਖਾਂਸੀ ਜੋ ਬਲਗਮ ਨਿਕਲਦੀ ਹੈ, ਬਲਗਮ ਕੀ ਹੈ? ਵੇਸਟ ਪ੍ਰੋਡਕਟ ਹੈ, ਟਾਕਸਿਕ ਮੈਟਰ ਹੈ, ਜਿਹੜਾ ਬਾਡੀ ਦੇ ਅੰਦਰ ਟਾਕਸਿਨ ਇਕੱਠੇ ਹੋ ਗਏ ਸੀਗੇ, ਬਾਡੀ ਉਹਨੂੰ ਇੱਕ ਸ਼ਕਲ ਦੇ ਕੇ ਉਹਨੂੰ ਬਾਹਰ ਕੱਢ ਰਹੀ ਹੈ। ਫਿਰ ਥੋੜ੍ਹੀ ਖਾਰਿਸ਼ ਹੋ ਰਹੀ ਹੈ, ਖੁਰਕ ਰਹੇ ਹੋ ਤੁਸੀਂ, ਉਹ ਖੁਰਕਣ ਨਾਲ ਕੀ ਹੁੰਦੀ? ਚਮੜੀ ਉਹ ਉਤਰ ਰਹੀ ਹੈ, ਚਮੜੀ ਉਤਰ ਰਹੀ ਹੈ ਸਾਡੀ, ਖੂਨ ਜ਼ਿਆਦਾ ਆ ਰਿਹਾ ਉੱਥੇ, ਖੁੱਲ ਰਹੇ ਨੇ, ਉਹਦੇ ਬੁਰ ਖੁੱਲ ਰਹੇ ਆ। ਫਿਰ ਬੁਖਾਰ ਹੋ ਰਿਹਾ, ਬੁਖਾਰ ਤਾਂ ਐਸੀ ਵੰਡਰਫੁਲ ਸਟਰੋਂਗ ਪਾਵਰ ਹੈ ਕਿ ਕਹਿੰਦੇ ਜੇ ਬੁਖਾਰ ਹੋ ਗਿਆ ਤੁਹਾਨੂੰ, ਤੁਹਾਡੀ ਸਮਝੋ ਇੱਕ ਸਾਲ ਉਮਰ ਵੱਧ ਗਈ। ਜੇ ਤੁਹਾਨੂੰ 2-3 ਦਿਨ 4 ਦਿਨ ਬੁਖਾਰ ਰਹਿ ਜਾਏ ਨਾ ਤੇਜ਼, ਤਾਂ 1 ਸਾਲ ਉਮਰ ਵੱਧ ਜਾਂਦੀ ਬੰਦੇ ਦੀ। ਇਹ ਔਨ ਰਿਕਾਰਡ ਹੈ, ਵਿਗਿਆਨਕ ਆਰਟੀਕਲ 'ਚ ਆਇਆ ਹੋਇਆ ਕਿ ਹਾਈ ਫੀਵਰ ਅਗਰ ਤੁਹਾਨੂੰ ਕੁਝ ਘੰਟੇ ਵੀ ਰਹਿ ਜਾਵੇ, ਹਾਂ 104 ਦੇ ਨੇੜੇ 'ਤੇ, ਤਾਂ ਤੁਹਾਡੀ ਉਮਰ 1 ਸਾਲ ਵੱਧ ਜਾਂਦੀ ਹੈ। ਤਾਂ ਬੁਖਾਰ ਬਹੁਤ ਹੀ ਤਕੜਾ ਇਮਿਊਨ ਸਿਸਟਮ ਦਾ ਸਾਡਾ ਵੈਪਨ ਹੈ, ਹਥਿਆਰ ਹੈ, ਠੀਕ ਹੈ ਨਾ।
ਸੋ ਉਸ ਹਥਿਆਰ ਨੂੰ ਆਪਾਂ ਦੁਸ਼ਮਣ ਮੰਨ ਲੈਂਦੇ ਹਾਂ। ਦੇ ਡੋਲੋ ਤੇ ਡੋਲੋ, ਚੜ੍ਹ ਨਹੀਂ ਦਿੰਦੇ ਬੁਖਾਰ। 3 ਟਾਈਮ ਮੈਂ ਦੇਖਿਆ ਡਾਕਟਰ 3 ਟਾਈਮ ਡੋਲੋ 650 TDS। ਉਹ ਕੋਈ ਇਸ ਗੱਲ ਤੇ ਕੋਈ ਆਪਣੀ ਮੱਤ ਨਹੀਂ ਲੜਾਉਂਦਾ ਵੀ ਇਹ ਤਾਂ ਤੁਹਾਡਾ ਵੈਪਨ ਹੈ। ਫਿਰ ਤੁਹਾਡੀ ਉਸ ਤੋਂ ਬਾਅਦ ਲਾ ਲਓ ਤੁਹਾਡੀ ਜਿਹੜੀ ਹੈ ਦਰਦ ਹੈ, ਪੇਨ ਦਾ ਮਤਲਬ ਹੈ ਤੁਹਾਡੀ ਪੂਰੀ ਊਰਜਾ ਮਾਈਂਡ ਦੀ ਉੱਥੇ ਬੰਦੇ ਨੇ ਸਰੀਰ ਨੇ ਫੋਕਸ ਕਰਤੀ। ਜਿੱਥੇ ਪੇਨ ਹੋਏਗੀ ਉੱਥੇ ਰਿਪੇਅਰ ਵਰਕ ਸਟਰੋਂਗ ਹੋ ਜਾਂਦਾ ਬਹੁਤ ਜ਼ਿਆਦਾ। ਜਿੰਨੀ ਦਰਦ ਤਿੱਖੀ ਹੋਏਗੀ ਉਨਾ ਉੱਥੇ ਰਿਪੇਅਰ ਵਰਕ ਉੱਥੇ ਸਟਰੋਂਗ ਹੋ ਜਾਏਗਾ। ਬਾਕੀ ਮੈਂਟਲ ਸਿੰਪਟਮ 'ਤੇ ਵੀ ਲਾਗੂ ਹੁੰਦੀ ਗੱਲ ਹੈ, ਐਂਗਜ਼ਾਇਟੀ ਔਰ ਡਿਪਰੈਸ਼ਨ 'ਤੇ ਵੀ ਲਾਗੂ ਹੁੰਦੀ ਹੈ। ਜਿਹੜੀ ਐਂਗਜ਼ਾਇਟੀ ਜਿਹੜੀ ਚਿੰਤਾ ਪੈਦਾ ਕਰਦੀ ਹੈ ਸਰੀਰ ਜਾਂ ਡਿਪਰੈਸ਼ਨ ਪੈਦਾ ਕਰਦਾ, ਉਹ ਵੀ ਐਕਚੁਅਲੀ ਡਿਫੈਂਸ ਮੈਕੈਨਿਜ਼ਮ ਨੇ, ਪਰ ਉਹਦੇ ਵਿਸਥਾਰ 'ਚ ਨਹੀਂ ਜਾਂਦੇ, ਥੋੜ੍ਹਾ ਸੂਖਸ਼ਮ ਹੈ ਉਹ। ਤਾਂ ਬਾਕੀ ਜਿਹੜਾ ਅਲਾਮਤਾਂ ਸਾਰੀਆਂ ਦੀਆਂ ਸਾਰੀਆਂ ਜਿੰਨੀਆਂ ਨੇ ਉਹ ਜਿਹੜੀਆਂ ਕਿਤੇ ਨਾ ਕਿਤੇ ਤੁਹਾਡੀਆਂ ਡਿਫੈਂਸ ਮੈਕੈਨਿਜ਼ਮ ਨੇ, ਅਤੇ ਜਿਹਨੂੰ ਅਸੀਂ ਦਬਾਉਂਦੇ ਹਾਂ ਜਦੋਂ, ਤਾਂ ਅਸੀਂ ਆਪਣੇ ਪੈਰ 'ਤੇ ਆਪ ਕੁਹਾੜੀ ਮਾਰਦੇ ਹਾਂ। ਇਹ ਗੱਲ ਯਾਦ ਰੱਖਣੀ ਬੇਹੱਦ ਜ਼ਰੂਰੀ ਹੈ ਕਿ ਬੈਕਟੀਰੀਆ ਵਾਇਰਸ ਦਾ ਵਰਤਾਰਾ, ਬੈਕਟੀਰੀਆ ਵਾਇਰਸ ਸਾਡੇ ਬ੍ਰਹਮਾ ਵਿਸ਼ਨੂੰ ਮਹੇਸ਼ ਨੇ, ਸਾਡੇ ਦੁਸ਼ਮਣ ਨਹੀਂ ਹੈ। ਜੇ ਅਸੀਂ ਆਪਣੀ ਬੇਵਕੂਫੀ 'ਚ ਕਰਾਂਗੇ ਆਪਾਂ, ਤਾਂ ਕਿਉਂਕਿ ਸ਼ਿਵ ਦਾ ਰੋਲ ਉਹਨਾਂ ਕੋਲ ਹੈ, ਇਸ ਕਰਕੇ ਸ਼ਿਵ ਦਾ ਰੋਲ ਫਿਰ ਕਈ ਵਾਰੀ ਭਾਰੂ ਹੋ ਜਾਂਦਾ। ਜੇ ਤੁਸੀਂ ਬ੍ਰਹਮਾ ਵਿਸ਼ਨੂੰ ਵਾਲੇ ਰੋਲ ਨੂੰ ਠੀਕ ਸੰਗ ਨਾਲ ਨਹੀਂ ਸਮਝੋਗੇ, ਸੋ ਉਹਨੂੰ ਉੱਦਾਂ ਜੈਂਟਲ ਜਿਹੇ ਢੰਗ ਨਾਲ ਉਹਦੀ ਕੇਅਰ ਕਰਨੀ, ਉੱਡੀ ਕਿ ਜੇ ਮੰਨ ਲਓ ਫੋੜਾ ਹੋ ਗਿਆ ਤਾਂ ਉਹਨੂੰ ਥੋੜ੍ਹਾ ਬਹੁਤਾ ਸਾਫ਼ ਕਰਕੇ ਉਹਦੀ ਪੀਕ ਇਕੱਠੀ ਹੋ ਗਈ, ਪਸ ਇਕੱਠੀ ਹੋ ਗਈ, ਉਹਨੂੰ ਹਟ ਕੇ ਥੋੜ੍ਹੀ ਬਹੁਤੀ ਹਲਕੀ ਜਿਹੀ ਪੱਟੀ ਕਰ ਦਿਓ। ਕਿਸੇ ਫਰੂਟ ਕੋਈ ਪਲਾਂਟ ਜੂਸ ਲਾ ਕੇ ਬਜਾਓ ਉਹਦੇ ਉੱਪਰ ਐਂਟੀਬਾਇਓਟਿਕ ਲਾਉਣ ਦੇ ਜਾਂ ਹੋਰ ਲਾਉਣ ਦੇ। ਜੂਸ ਲਾਉਣ ਨਾਲ ਵੀ ਠੀਕ ਹੋ ਜਾਂਦਾ? ਉਹ ਬਹੁਤ ਕਮਾਲ ਦੇ ਠੀਕ ਹੁੰਦੇ ਜ਼ਖਮ, ਸਭ ਤੋਂ ਵਧੀਆ ਜ਼ਖਮ ਠੀਕ ਹੁੰਦੇ ਪਲਾਂਟ ਜੂਸਿਸ ਨਾਲ। ਪਲਾਂਟ ਜੂਸਿਸ ਜਿਵੇਂ ਨਹੀਂ ਜ਼ਿਆਦਾ ਨੋਨ ਨੇ, ਜਿਵੇਂ ਨਿੰਮ ਦਾ ਜੂਸ ਹੈ, ਨਿੰਮ ਦਾ ਪਾਣੀ ਕੱਢ ਕੇ ਲਾ ਦਿਓ, ਹਲਦੀ ਲਾ ਦਿਓ, ਐਲੋਵੇਰਾ ਲਾ ਦਿਓ, ਬਹੁਤ ਸਾਰੇ ਪੌਦੇ ਨੇ, ਗਲੋਏ ਲਾ ਦਿਓ। ਤਾਂ ਉਹ ਬਹੁਤ ਸਾਰੇ ਪੌਦੇ ਨੇ ਜਿਨ੍ਹਾਂ ਦੇ ਜੂਸ ਜਿਹੜੇ ਨੇ ਉਹ ਵੰਡਰਫੁੱਲ ਨੇ। ਤਾਂ ਉਹ ਜਿਹੜੇ ਸੋ ਇਸ ਕਰਕੇ ਉਹਨਾਂ ਨੂੰ ਜਿਹੜੀਆਂ ਅਲਾਮਤਾਂ ਆਉਂਦੀਆਂ ਨੇ ਜਿਹੜੇ ਬੈਕਟੀਰੀਆ ਵਾਇਰਸ ਦੇ, ਚਾਹੇ ਉਹ ਖਾਂਸੀ ਹੈ, ਚਾਹੇ ਜ਼ੁਕਾਮ ਹੈ, ਚਾਹੇ ਬੁਖਾਰ ਹੈ, ਅਤੇ ਚਾਹੇ ਟੱਟੀਆਂ ਉਲਟੀਆਂ ਲੱਗਦੀਆਂ ਨੇ। ਹੁਣ ਟੱਟੀਆਂ ਉਲਟੀਆਂ ਦੇਖੋ ਕਿੱਡੀ ਵਧੀਆ ਚੀਜ਼ ਹੈ। ਉਲਟੀਆਂ ਲੱਗਣ ਦਾ ਕੀ ਮਤਲਬ ਹੈ? ਤੁਸੀਂ ਕੋਈ ਚੀਜ਼ ਛਾ ਲਈ, ਉਹਨੇ ਤੁਹਾਨੂੰ ਅਲਾਮਤ ਕੀਤੀ, ਉਲਟੀ ਕਰਕੇ ਉਹ ਚੀਜ਼ ਉਹਨੇ ਕੁਦਰਤ ਨੂੰ ਵਾਪਸ ਸਿੱਟਤਾ ਵੀ ਮੈਨੂੰ ਨਹੀਂ ਚਾਹੀਦੀ ਹੈ, ਇਹ ਗਲਤ ਸੀਗਾ ਫੂਡ, ਮੈਨੂੰ ਨਹੀਂ ਚਾਹੀਦਾ, ਵਾਪਸ ਕਿਉਂਕਿ ਅੰਦਰ ਜਾਏਗਾ ਤਾਂ ਜ਼ਿਆਦਾ ਨੁਕਸਾਨ ਕਰੇਗਾ, ਵਾਪਸ ਆ ਜਾਏਗਾ ਤਾਂ ਤੁਹਾਡਾ ਬਚਾਅ ਹੋ ਜਾਏਗਾ। ਅਸੀਂ ਉਹਨੂੰ ਸਮਝਦੇ ਵੀ ਪਤਾ ਨਹੀਂ ਕੀ ਹੋ ਗਿਆ, ਫਿਰ ਟੱਟੀਆਂ ਲਾਤੀਆਂ ਵੀ ਫਟਾਫਟ ਨਿਕਲ ਜਾਵੇ। ਜਿੰਨਾ ਖੜੇਗਾ ਉਹਨਾਂ ਖੂਨ 'ਚ ਜਾਏਗਾ, ਜਿੰਨਾ ਖੜੇਗਾ ਖੂਨ 'ਚ ਜਾਏਗਾ ਨਾ। ਟੱਟੀਆਂ ਲਾਤੀਆਂ, ਟੱਟੀਆਂ ਲੱਗੀਆਂ ਤਾਂ ਉਦੋਂ ਨਿਕਲ ਗਿਆ ਨਾਲ ਦੀ ਨਾਲ। ਉਹ ਨੋਨ ਹੈ ਕਿ ਤੁਸੀਂ ਟੱਟੀਆਂ ਨੂੰ ਬਿਲਕੁਲ ਕੋਈ ਕੁਛ ਨਾ ਕਰੋ, ਕੋਈ ਇਲਾਜ ਨਾ ਕਰੋ, ਉਹ 72 ਘੰਟੇ ਤੋਂ ਬਾਅਦ ਕੋਈ ਟੱਟੀਆਂ ਨਹੀਂ ਚੱਲਦੀਆਂ। 72 ਘੰਟੇ ਸਭ ਲੈਟਰਿਨ ਰੂਟਿਨ ਸਭ ਠੀਕ ਹੋ ਜਾਂਦੀਆਂ। ਅਤੇ ਇਸੇ ਇੱਦਾਂ ਹੀ ਬੁਖਾਰ ਦਾ, ਜ਼ੁਕਾਮ ਦਾ, ਤੁਸੀਂ ਜ਼ੁਕਾਮ ਨੂੰ ਕੁਛ ਨਾ ਕਰੋ, ਬਹੁਤ ਹੀ 3-4 ਦਿਨ, ਵੱਧ ਤੋਂ ਵੱਧ ਹਫ਼ਤਾ। ਪੁਰਾਣਾ ਤਾਂ ਜਿਹੜੀ ਮੁਹਾਵਰਾ ਬੜਾ ਸੋਹਣਾ ਸੀਗਾ ਵੀ ਬਗਾਨ ਨੂੰ ਜ਼ੁਕਾਮ ਦਾ ਇਲਾਜ ਕਰ ਲਓ ਤਾਂ ਹਫ਼ਤੇ ਠੀਕ ਹੋ ਜਾਂਦਾ, ਨਾ ਕਰੋ 7 ਦਿਨਾਂ ਠੀਕ ਹੋ ਜਾਂਦਾ। ਉਹ ਬੜਾ ਕਿਤਾਬਾਂ 'ਚ ਵੀ ਲਿਖਿਆ ਹੋਇਆ। ਤਾਂ ਇਹ ਸਾਰੇ ਬੁਖਾਰ, ਸਾਰੇ ਵਾਇਰਲ ਫੀਵਰਾਂ ਬਾਰੇ ਇਹ ਟਰੂ ਹੈ, ਸਾਰੇ ਵਾਇਰਲ ਫੀਵਰ ਬਾਰੇ ਟਰੂ ਹੈ। ਸੋ ਇਸ ਕਰਕੇ ਬਿਮਾਰੀਆਂ ਨੂੰ ਥੋੜ੍ਹਾ ਜਿਹਾ ਆਪਣੀ ਜਿਹੜੀ ਅਕਲ ਵਰਤ ਕੇ ਉਸ ਢੰਗ ਨਾਲ ਡੀਲ ਕਰਨਾ ਚਾਹੀਦਾ ਕਿ ਤੁਹਾਨੂੰ ਇੰਨਾ ਨੁਕਸਾਨ ਵੀ ਨਾ ਕਰ ਸਕਣ ਕਿ ਤੁਹਾਡੀ ਜ਼ਿੰਦਗੀ ਦਾ ਖਤਰਾ ਹੋਵੇ, ਲੇਕਿਨ ਉਹਨੂੰ ਇੱਦਾਂ ਵੀ ਡੀਲ ਨਹੀਂ ਕਰਨਾ ਕਿ ਕੋਈ ਦੁਸ਼ਮਣ ਆ ਗਿਆ। ਇਹ ਸੋਚ ਕੇ ਕਰਨਾ ਕਿ ਇਹ ਸਾਡੇ ਸਰੀਰ ਦਾ, ਸਾਡੇ ਕੁਦਰਤ ਦਾ, ਆਲੇ ਦੁਆਲੇ ਵਸੀ ਕੁਦਰਤ ਦਾ, ਪਰਮਾਤਮਾ ਦਾ ਦੀ ਜਿਹੜੀ ਕ੍ਰੀਏਸ਼ਨ ਹੈ ਉਹਦਾ ਕਿੱਸਾ ਨੇ। ਉਹ ਸਾਡੇ ਨਾਲ ਉਹਨਾਂ ਦਾ ਤਾਲਮੇਲ ਲਗਾਤਾਰ ਹੁੰਦਾ ਰਹਿੰਦਾ, ਅਤੇ ਜੇ ਇਹ ਤਾਲਮੇਲ ਸਾਡੇ ਹਿਸਾਬ ਨਾਲ ਨਹੀਂ ਹੋਇਆ ਤੇ ਸਾਨੂੰ ਕੋਈ ਤੋਂ ਖਤਰਾ ਹੈ, ਉਹਨੂੰ ਇਸ ਢੰਗ ਨਾਲ ਡੀਲ ਕਰੀਏ ਕਿ ਅਸੀਂ ਉਹਨੂੰ ਇੱਕਦਮ ਮਾਰ ਧਾੜ ਨਾ ਕਰੀਏ। ਮਾਰ ਧਾੜ ਦੇ ਮੇਨ ਐਂਟੀਬਾਇਓਟਿਕਸ ਨੇ, ਵੀ ਐਂਟੀਬਾਇਓਟਿਕਸ ਖਾਣੇ ਸ਼ੁਰੂ ਕਰ ਦਿੰਦੇ ਅਸੀਂ। ਐਂਟੀਬਾਇਓਟਿਕਸ ਦਾ ਵਰਤਾਰਾ ਜਿਹੜਾ ਬਹੁਤ ਹੀ ਗਲਤ ਵਰਤਾਰਾ ਹੈ, ਬਹੁਤ ਹੀ ਸੋਚ ਸਮਝ ਕੇ ਕਰਨਾ ਚਾਹੀਦਾ, ਔਰ ਸਿਰਫ ਲਾਈਫ ਸੇਵਿੰਗ ਸਿਚੁਏਸ਼ਨ 'ਚ ਕਰਨਾ ਚਾਹੀਦਾ। ਡਾਕਟਰ ਸਾਹਿਬ, ਇੱਕ ਚੀਜ਼ ਜਿਹੜੀ ਹੁਣ ਤੁਹਾਡੀ ਸਾਰੀ ਗੱਲਬਾਤ ਤੋਂ ਜਿਹੜੀ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਆਪਾਂ ਨੂੰ ਇਹ ਹੁਣ ਸਮਝ ਆ ਰਹੀ ਹੈ ਕਿ ਬਹੁਤ ਸਾਰੀ ਦੁਨੀਆ ਨੂੰ ਹਲੇ ਵੀ ਸਮਝ ਨਹੀਂ ਹੋਣੀ ਕਿ ਇਹ ਸਾਰਾ ਬ੍ਰਹਮਾ ਵਿਸ਼ਨੂੰ ਮਹੇਸ਼ ਵਾਲਾ ਸਿਸਟਮ ਚੱਲ ਰਿਹਾ। ਕੋਈ ਪੈਦਾ ਕਰ ਰਿਹਾ, ਕੋਈ ਪਾਲ ਰਿਹਾ ਅਤੇ ਕੋਈ ਮਾਰ ਰਿਹਾ, ਲੇਕਿਨ ਜੀਵਾਂ ਨੂੰ ਨਹੀਂ ਪਤਾ ਵੀ ਇਹ ਸਾਰਾ ਸਿਸਟਮ ਕੀ ਹੈ। ਜੀ ਆਪਾਂ ਨੂੰ ਨਹੀਂ ਪਤਾ, ਕਿਸੇ ਜੀਵ ਨੂੰ ਨਹੀਂ ਇਹ ਪਤਾ ਚੱਲ ਰਿਹਾ ਕਿ ਇਹ ਸਿਸਟਮ ਕੀ ਹੈ। ਜਿਹੜੇ ਬਹੁਤ ਜ਼ਿਆਦਾ ਖੋਜੀ ਨੇ, ਬਹੁਤ ਜ਼ਿਆਦਾ ਗਿਆਨੀ ਨੇ, ਉਹਨਾਂ ਤੱਕ ਇਹ ਗੱਲ ਪਹੁੰਚ ਪਾਉਂਦੀ ਹੈ ਵੀ ਸਾਰਾ ਸਿਸਟਮ ਕਿਵੇਂ ਚੱਲ ਰਿਹਾ। ਹੁਣ ਅਜਿਹੇ ਵਿੱਚ ਵਾਇਰਸ ਜਿਹੜੇ ਨੇ ਉਹਨਾਂ ਬਾਰੇ ਜੇ ਆਪਾਂ ਇੱਕ ਵਾਇਰਸ ਜਿਹੜੇ ਬੋਡੀ ਨੂੰ ਨੁਕਸਾਨ ਪਹੁੰਚਾਉਣ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ, ਦੋ ਚੀਜ਼ਾਂ ਮਸ਼ਹੂਰ ਨੇ ਕਿ ਜਾਂ ਤਾਂ ਜਿਹੜਾ ਜੀਵ ਹੈ ਉਹ ਡਰ ਕੇ ਅਟੈਕ ਕਰਦਾ, ਜਾਂ ਫਿਰ ਉਹ ਆਪਣੇ ਭੋਜਨ ਵਾਸਤੇ ਅਟੈਕ ਕਰਦਾ। ਦੋ ਚੀਜ਼ਾਂ ਵਾਸਤੇ ਅਟੈਕ ਹੁੰਦਾ। ਅਜਿਹੇ ਵਿੱਚ ਵਾਇਰਸ ਨੂੰ ਆਪਾਂ ਕੀ ਸਮਝੀਏ ਵੀ ਵਾਇਰਸ ਜਿਹੜਾ ਉਹ ਕਿਉਂ ਅਟੈਕ ਕਰਦਾ? ਦੇਖੋ, ਉਹਨੂੰ ਅਟੈਕ ਦੀ ਸ਼ਬਦਾਵਲੀ 'ਚ ਕਹਿਣਾ ਮੇਰੇ ਖਿਆਲ ਠੀਕ ਨਹੀਂ ਹੈ। ਨਹੀਂ, ਵਾਇਰਸ ਦਾ ਪਾਰਟ ਐਂਡ ਪਾਰਸਲ ਹੈ। ਦੇਖੋ, ਵਾਇਰਸ ਜਿਹੜੀਆਂ ਨੇ
ਇਹਦੀ ਕੋਈ ਆਜ਼ਾਦ ਹੋਂਦ ਨਹੀਂ ਹੁੰਦੀ। ਇਹ ਜੀਵਨ ਦਾ ਹਿੱਸਾ ਨੇ। ਜਿੱਥੇ ਵੀ ਜੀਵਨ ਹੈ ਉੱਥੇ ਵਾਇਰਸ ਨੇ, ਚਾਹੇ ਉਹ ਪੌਦੇ ਨੇ, ਚਾਹੇ ਛੋਟੇ ਜੀਵ ਨੇ, ਇਵਨ ਬੈਕਟੀਰੀਆ ਨੇ। ਇੱਕ ਸੈੱਲ ਦਾ ਬੈਕਟੀਰੀਆ ਹੈ, ਉਹਦੇ ਅੰਦਰ ਵੀ ਵਾਇਰਸ ਨੇ, ਉਹਨੂੰ ਬੈਕਟੀਰੀਓਫਾਜਸ ਕਹਿੰਦੇ ਆ। ਜਿਹੜਾ ਇੱਕ ਸੈੱਲ ਦਾ ਬੈਕਟੀਰੀਆ ਵੀ ਨਾ, ਉਹਦੇ ਅੰਦਰ ਵੀ ਇੱਕ ਸੈੱਲ ਦੇ ਅੰਦਰ 100 ਵਾਇਰਸ ਹੈ। ਇਹਦਾ ਮਤਲਬ ਕੀ ਹੋਇਆ ਕਿ ਜਿੱਥੇ ਕਿਤੇ ਵੀ ਸੈੱਲ ਹੈ ਉਹਦੇ ਨਾਲ ਵਾਇਰਸ ਹੋਣਗੇ। ਵਾਇਰਸ ਉਹਦਾ ਬਹੁਤ ਸਾਰੇ ਵਿਗਿਆਨਕ ਖੋਜ ਕਰਦੀਆਂ ਨੇ ਕਿ ਉਹਦੀ ਐਕਸਕ੍ਰੀਟਰੀ ਪ੍ਰੋਡਕਟ ਹੈ, ਉਹਦਾ ਵੇਸਟ ਪ੍ਰੋਡਕਟ ਵਾਇਰਸ ਹੈ। ਕੁਝ ਕਹਿੰਦੇ ਕਿ ਵਾਇਰਸ ਜਿਹੜੇ ਨੇ ਉਹਦੇ ਜਿਹੜੇ ਜੈਨੇਟਿਕ ਸਟਰਕਚਰ ਨੂੰ ਦੀ ਜਿਹੜੀ ਹੈਲਥ ਹੈ ਉਹਦੇ ਵਾਸਤੇ ਬੇहद ਜ਼ਰੂਰੀ ਨੇ, ਉਹਦੇ ਆਲੇ ਦੁਆਲੇ ਹੋਣੇ। ਸੋ ਵਾਇਰਸ ਦੀ ਆਪਣੀ ਕੋਈ ਆਜ਼ਾਦ ਹੋਂਦ ਨਹੀਂ ਹੁੰਦੀ। ਜਿੱਥੇ ਵੀ ਜੀਵਨ ਹੈ ਉੱਥੇ ਵਾਇਰਸ ਹੈ। ਜੀਵਨ ਤੇ ਵਾਇਰਸ ਦੋ ਚੀਜ਼ਾਂ ਅਲੱਗ-ਅਲੱਗ ਨਹੀਂ ਹੁੰਦੀਆਂ। ਜੇ ਜਦੋਂ ਵਾਇਰਸ ਜੀਵਨ ਤੋਂ ਅੱਡ ਹੋ ਜਾਂਦੀ ਤਾਂ ਉਹ ਮੁਰਦਾ ਹੈ, ਜੇ ਹੁੰਦੀ ਹੋਈ ਨਹੀਂ ਉਹ ਨਾ ਹੋ ਜਾਂਦੀ ਹੈ। ਜਦੋਂ ਜੀਵਨ ਦੇ ਤਾਲਮੇਲ 'ਚ ਆ ਗਈ ਉਹ ਹਾਂ ਹੈ, ਤੇ ਜਦੋਂ ਜੀਵਨ ਤੋਂ ਬਾਹਰ ਹੋ ਗਈ, ਮੰਨ ਲਓ ਵਾਇਰਸ ਮੇਰੇ ਨੱਕ ਦੇ ਜ਼ੁਕਾਮ 'ਚ ਮੈਂ ਉੱਥੇ ਸਿੱਟਦੀ ਸੁਣਕ ਕੇ ਸੜਕ 'ਤੇ, ਉਹ ਡੈਡ ਹੈ, ਉਹਦੀ ਕੋਈ ਵੈਲਿਊ ਨਹੀਂ ਹੈ। ਕੁਛ ਨਹੀਂ, ਕਿਸੇ ਨੂੰ ਕੁਛ ਨਹੀਂ ਕਹਿ ਸਕਦੀ, ਉਹ ਨਾ ਕਿਸੇ ਦਾ ਕੁਛ ਵਿਗਾੜ ਸਕਦੀ ਹੈ, ਨਾ ਕੋਈ ਸਵਾਰ ਸਕਦੀ ਹੈ, ਉਹ ਡੈਡ ਹੋ ਗਈ। ਜੇ ਉਹ ਵਾਇਰਸ ਅਗਲੇ ਜੀਵ 'ਚ ਜਾਏਗੀ ਉੱਥੇ ਵੀ ਹੋਏਗੀ। ਜੇ ਵੀ ਉਹ ਉਸ ਤੋਂ ਪਹਿਲਾਂ ਜਦ ਤੱਕ ਉਹਨੂੰ ਇੱਕ ਇਮੀਡੀਏਟਲੀ ਜਾਏਗੀ ਤਾਂ ਸੁੱਕ ਕੇ ਵੈਸੇ ਹੀ ਉਹ ਇਸ ਗੱਲ ਦੇ ਕਾਬਲ ਨਹੀਂ ਰਹਿੰਦੀ ਕਿ ਉਹ ਦੁਬਾਰਾ ਮਲਟੀਪਲਾਈ ਕਰ ਸਕੇ। ਜਦੋਂ ਸੁੱਕ ਜਾਂਦੀ ਹੈ, ਡਰਾਈ ਹੋ ਜਾਂਦੀ ਹੈ, ਫਿਰ ਨਹੀਂ ਉਹਦੇ ਕਾਬਲ ਰਹਿੰਦੀ। ਜੇ ਸਿੱਧੀ ਕਿਤੇ ਕਿਸੇ ਦੂਜੇ ਜੀਵ ਚਲੇ ਜਾਏ ਤਾਂ ਉਹ ਫਿਰ ਉੱਥੇ ਮਲਟੀਪਲਾਈ ਕਰਨਾ ਸ਼ੁਰੂ ਕਰ ਦਿੰਦੀ ਹੈ। ਬਸ ਉਹਦਾ ਜਿਹਨੂੰ ਕਹਿੰਦੇ ਆ ਗੁਣ ਧਰਮ ਹੈ, ਜਿੱਥੇ ਵੀ ਉਹ ਜੀਵਨ ਦੇ ਟੱਚ ਰਹੇਗੀ ਉਹ ਮਲਟੀਪਲਾਈ ਕਰਦੀ ਰਹੇਗੀ। ਤੇ ਮਲਟੀਪਲਾਈ ਕਰਦੀ ਹੈ ਤੇ ਉਹਦਾ ਇਹ ਮਤਲਬ ਇਹ ਨਹੀਂ ਜ਼ਰੂਰੀ ਉਹ ਨੁਕਸਾਨ ਕਰੇਗੀ। ਉਹਦਾ ਘਰ ਹੁੰਦਾ, ਉਹ ਘਰ ਵਾਂਗੂ ਰਹਿੰਦੀ ਹੈ, ਉਨੀ ਕੁ ਮਲਟੀਪਲਾਈ ਕਰਦੀ ਹੈ, ਉਹ ਮੈਕੈਨਿਜ਼ਮ ਬੈਲੈਂਸ ਬਣ ਜਾਂਦਾ। ਉਧਰ ਤਾਂ ਘਰ ਵਾਂਗੂ ਰਹਿੰਦੀ ਹੈ, ਪਰ ਉਹ ਜਿਹੜੀ ਬਾਡੀ ਨੂੰ ਤਾਂ ਮਾਰਦੀ ਹੈ ਨਾ। ਮੰਨ ਲਓ ਜਿਵੇਂ ਹੁਣ ਪੁਰਾਣੇ ਵਾਇਰਸਿਸ ਦੀ ਆਪਾਂ ਜਿਹੜੀ ਗੱਲ ਕਰੀਏ, ਬੁਖਾਰ ਹੈ ਜਾਂ ਕੁਝ ਹੋਰ ਵਾਇਰਸਿਸ ਨੇ, ਉਹ ਤਾਂ ਚਲੋ ਠੀਕ ਹੈ, ਇਮਿਊਨ ਸਿਸਟਮ ਨੂੰ ਵਧਾ ਰਿਹਾ। ਲੇਕਿਨ ਬਹੁਤ ਸਾਰੇ ਜੇ ਵਾਇਰਸਿਸ ਨੇ ਜਿਹੜੇ ਜੇਕਰ ਆਪਾਂ ਟ੍ਰੀਟ ਨਾ ਕਰੀਏ ਤਾਂ ਬੰਦਾ ਮਰ ਸਕਦਾ। ਨਹੀਂ ਫਿਰ ਗੱਲ ਨੂੰ ਕੈਚ ਨਹੀਂ ਕਰ ਸਕੇ। ਬਿਮਾਰ ਹੋਣਾ ਜਾਂ ਨਹੀਂ ਹੋਣਾ ਵਾਇਰਸ ਦੇ ਹੱਥ 'ਚ ਨਹੀਂ ਹੈਗਾ। ਵਾਇਰਸ ਨੇ ਤਾਂ ਮਲਟੀਪਲਾਈ ਕਰਨਾ ਹੈ, ਸੈੱਲ ਨੇ ਉਹਨੂੰ ਇੱਕ ਲੈਵਲ ਤੱਕ ਹੀ ਮਲਟੀਪਲਾਈ ਕਰਨ ਦੇਣਾ ਜਿੱਥੋਂ ਤੱਕ ਉਹਨੂੰ ਕੋਈ ਨੁਕਸਾਨ ਨਹੀਂ ਹੁੰਦਾ। ਉਸ ਤੋਂ ਬਾਅਦ ਨਹੀਂ ਕਰਨ ਦਿੰਦਾ। ਉਹਦੇ ਅੰਦਰ ਆਪਣਾ ਮੈਕੈਨਿਜ਼ਮ ਹੈ, ਸੰਤੁਲਨ ਬਣ ਜਾਂਦਾ, ਉਹਨਾਂ ਕੀ ਮਲਟੀਪਲਾਈ ਕਰਨ ਦੇਗਾ ਉਹਨੂੰ। ਜਦੋਂ ਜੇ ਲੋੜ ਤੋਂ ਵੱਧ ਮਲਟੀਪਲਾਈ ਕਰ ਰਿਹਾ ਤੇ ਬਿਮਾਰੀ ਬਣ ਰਿਹਾ ਤਾਂ ਉਹਦੇ ਸੈੱਲ 'ਚ ਕਮਜ਼ੋਰੀ ਹੈ। ਵਾਇਰਸ 'ਚ ਕੋਈ ਔਗਣ ਨਹੀਂ ਹੈ। ਵਾਇਰਸ ਦਾ ਤਾਂ ਗੁਣ ਧਰਮ ਹੈ ਮਲਟੀਪਲਾਈ ਕਰਨਾ। ਜੇ ਉਹ ਸੈੱਲ ਉਹਦੀ ਮਲਟੀਪਲੀਕੇਸ਼ਨ ਨੂੰ ਰੋਕ ਨਹੀਂ ਪਾ ਰਿਹਾ, ਸੀਮਤ ਨਹੀਂ ਕਰ ਪਾ ਰਿਹਾ ਬਿਮਾਰੀ ਤੋਂ ਪਹਿਲਾਂ ਤਾਂ ਉਹ ਸੈੱਲ ਦੀ ਕਮਜ਼ੋਰੀ ਹੈ। ਸੈੱਲ ਵੱਲ ਧਿਆਨ ਕਰੀਏ ਆਪਾਂ, ਉਹ ਸੈੱਲ ਨੂੰ ਮਜ਼ਬੂਤ ਕਰੀਏ, ਨਾ ਕਿ ਉਸ ਵਾਇਰਸ ਨੂੰ ਦੋਸ਼ ਦਈਏ। ਵਾਇਰਸ ਦਾ ਕੋਈ ਦੋਸ਼ ਨਹੀਂ ਹੈ ਉਹ 'ਚ। ਵਾਇਰਸ ਦਾ ਗੁਣ ਧਰਮ ਹੈ ਕਿ ਜਦੋਂ ਜੀਵਨ ਦੇ ਤਾਲਮੇਲ 'ਚ ਆਏਗੀ ਉਹ ਮਲਟੀਪਲਾਈ ਕਰੇਗੀ। ਹੁਣ ਅਗਰ ਉਸ ਜੀਵਨ ਦਾ ਗੁਣ ਧਰਮ ਹੈ ਕਿ ਉਸ ਵਾਇਰਸ ਨੂੰ ਮਲਟੀਪਲੀਕੇਸ਼ਨ ਉਨਾ ਚਿਰ ਹੀ ਹੋਣ ਦੇਗਾ ਜਿੰਨਾ ਚਿਰ ਉਹਨੂੰ ਸਹਾਈ ਹੈ। ਜਦੋਂ ਹੋਊਗਾ ਕਿ ਉਹਦੇ ਤੋਂ ਬਾਹਰੀ ਨੰਬਰ ਦਾ ਜ਼ਿਆਦਾ ਵੱਧ ਰਿਹਾ ਤਾਂ ਉਹ ਰੋਕ ਲਏਗਾ ਉੱਥੇ, ਉਹਦੇ ਅੰਦਰ ਮੈਕੈਨਿਜ਼ਮ ਹੈ। ਸੋ ਸੈਲਫ ਐਡਜਸਟਮੈਂਟ ਹੁੰਦੀ ਰਹਿੰਦੀ ਹੈ। ਇਸ ਕਰਕੇ ਉਹ ਤਾਲਮੇਲ ਲਗਾਤਾਰ ਚੱਲਦਾ, ਇੱਕ ਵਨ ਟਾਈਮ ਰਿਲੇਸ਼ਨਸ਼ਿਪ ਨਹੀਂ ਹੁੰਦਾ। ਜਦੋਂ ਹੀ ਉਹ ਸੈੱਲ ਵੀਕ ਹੋਏਗਾ ਉਸ ਸੈੱਲ ਨੂੰ ਫਿਰ ਉਹ ਵਾਇਰਸ ਜਿਹੜੀ ਹੈ ਉਹ ਲੋੜ ਤੋਂ ਵੱਧ ਮਲਟੀਪਲਾਈ ਕਰਕੇ ਸੈੱਲ ਨੂੰ ਤੋੜ ਦੇਗੀ। ਫਿਰ ਜੇ ਉਹ ਵੀਕ ਹੈ ਤਾਂ ਟੁੱਟ ਜਾਏਗਾ, ਜੇ ਉਹ ਸਟਰੋਂਗ ਹੈ ਤਾਂ ਉਸ ਵਾਇਰਸ ਨੂੰ ਰੋਕ ਲਏਗਾ। ਜੇ ਉਹ ਸੈੱਲ ਟੁੱਟ ਵੀ ਜਾਏਗਾ ਮੰਨ ਲਓ, ਤਾਂ ਉਹ ਜਿਹੇ ਨਵੇਂ ਸੈੱਲ ਜਿਹੜੇ ਬਣਨਗੇ ਉਹਦੇ 'ਚ ਇਮਿਊਨ ਪਾਵਰ ਆ ਜਾਏਗੀ। ਉੱਥੇ ਸੈੱਲ ਵੀ ਤਾਂ ਨਵੇਂ ਬਣ ਰਹੇ ਨਾ, ਪੁਰਾਣੇ ਟੁੱਟ ਰਹੇ, ਨਵੇਂ ਬਣ ਰਹੇ ਆ। ਮਤਲਬ ਇੱਕ ਸੈੱਲ ਆ ਗਿਆ, ਉਹਦੇ ਅੰਦਰ ਵਾਇਰਸ ਬਹੁਤ ਜ਼ਿਆਦਾ ਮਲਟੀਪਲਾਈ ਕਰ ਗਈ, ਉਹ ਸੈੱਲ ਟੁੱਟ ਗਿਆ, ਉਹਦੀ ਥਾਂ 'ਤੇ ਨਵਾਂ ਸੈੱਲ ਆ ਜਾਏਗਾ, ਉਹਦੀ ਥਾਂ ਲੱਗੇਗਾ। ਬੰਦੇ ਨੂੰ ਨੁਕਸਾਨ ਨਹੀਂ ਹੋਏਗਾ, ਉਸ ਜੀਵ ਨੂੰ ਨੁਕਸਾਨ ਨਹੀਂ ਹੋਏਗਾ, ਉਸ ਸੈੱਲ ਨੂੰ ਨੁਕਸਾਨ ਹੋਇਆ, ਉਹਦੇ ਨਾਲ ਕੁਝ ਨਹੀਂ ਵਿਗੜੇਗਾ। ਜਿਵੇਂ ਜ਼ੁਕਾਮ ਤੋਂ ਮੰਨ ਲਓ ਨਿਕਲ ਰਹੇ ਆ ਤਾਂ ਡੈਡ ਸੈੱਲ ਵੀ ਨਾਲ ਹੁੰਦੇ ਨਾ। ਜਦੋਂ ਲੜਾਈ ਹੋ ਰਹੀ ਹੈ ਇਸ ਗੱਲ ਦੀ ਟਸਲ ਚੱਲ ਰਹੀ ਹੈ ਕਿ ਵਾਇਰਸ ਕਿੰਨਾ ਮਲਟੀਪਲਾਈ ਕਰੇਗੀ ਤੇ ਕਿੰਨਾ ਸੈੱਲ ਡੈਮੇਜ ਹੋਣਗੇ। ਉਹ 'ਚ ਪੁਰਾਣੇ ਸੈੱਲ ਮਰ ਗਏ ਮੰਨ ਲਓ ਉਸ ਲੜਾਈ 'ਚ, ਉਹ ਸੈੱਲ ਦੇ ਉਹ ਵੀ ਜ਼ੁਕਾਮ ਤੋਂ ਬਾਹਰ ਨਿਕਲ ਜਾਣਗੇ, ਉਹ ਥਾਂ 'ਤੇ ਨਵੇਂ ਸੈੱਲ ਆ ਕੇ ਉਸ ਜੀਵ ਨੂੰ ਬਚਾ ਲੈਣਗੇ। ਸੋ ਇਸ ਕਰਕੇ ਉਹ ਬੈਲੈਂਸ ਬਣਦਾ, ਸੰਤੁਲਨ ਬਣਦਾ। ਇਸ ਕਰਕੇ ਇਹ ਨਹੀਂ ਹੈ ਕਿ ਵਾਇਰਸ ਕੋਈ ਖਾਸ ਕਿਸਮ ਦੀ ਆਉਂਦੀ ਹੈ ਅਤੇ ਖਾਸ ਕਿਸਮ ਦੀ ਵਾਇਰਸ ਤਾਂ ਹੁਣ ਮਤਲਬ ਸਾਡੇ ਆਲੇ ਦੁਆਲੇ ਜਿੰਨੇ ਜੀਵ ਨੇ, ਹੁਣ ਆਲੇ ਦੁਆਲੇ ਮੱਖੀਆਂ ਨੇ, ਮੱਛਰ ਨੇ, ਛਿਪਕਲੀ ਹੈ, ਬਾਹਰ ਕੋਈ ਕੁੱਤਾ ਫਿਰਦਾ ਹੋਊਗਾ, ਸਭ ਦੇ ਅੰਦਰ ਵਾਇਰਸ ਹੈਗੀਆਂ ਨੇ। ਉਹ ਵਾਇਰਸ ਸਾਡੇ ਤੱਕ ਵੀ ਪਹੁੰਚਦੀਆਂ ਰਹਿੰਦੀਆਂ ਨੇ, ਅਸੀਂ ਕੋਈ ਦੇ ਵਾਇਰਸ ਸ਼ੇਅਰ ਕਰਦੇ ਰਹਿੰਦੇ ਹਾਂ। ਕੁਛ ਬਹੁਤੀਆਂ ਵਾਇਰਸ ਜਿਹੜੀਆਂ ਨੇ ਉਹ ਉਨੀਆਂ ਕੀ ਹੁੰਦੀਆਂ ਨੇ, ਬਸ ਵੀ ਮਾੜਾ ਮੋਟਾ ਮਲਟੀਪਲਾਈ ਕੀਤੀਆਂ ਉਹ ਆਪਣਾ ਘਰ ਜਿਹਾ ਬਣਾ ਲੈਂਦੀਆਂ ਨੇ। ਬਹੁਤ ਸਾਰੇ ਵਾਇਰਸ ਨੂੰ ਮਲਟੀਪਲਾਈ ਕਰਨ ਨਹੀਂ ਦਿੰਦਾ ਸਾਡੀ ਬਾਡੀ, ਉਹਦੇ ਖਿਲਾਫ ਇੰਨੀ ਜ਼ਿਆਦਾ ਸਟਰੋਂਗ ਬੈਰੀਅਰ ਹੁੰਦੇ ਨੇ, ਉਹਨੂੰ ਮਲਟੀਪਲਾਈ ਤੋਂ ਅਲੱਗ-ਅਲੱਗ ਰਿਲੇਸ਼ਨਸ਼ਿਪ ਬਣ ਜਾਂਦਾ ਅਲੱਗ-ਅਲੱਗ ਵਾਇਰਸ ਦਾ। ਸੋ ਇਸ ਕਰਕੇ ਜਦੋਂ ਵੀ ਬਿਮਾਰ ਹੁੰਦੇ ਆ ਤਾਂ ਦੋਸ਼ ਜੇ ਦੇਣਾ ਹੈ ਤਾਂ ਉਹਨਾਂ ਸੈੱਲਸ ਨੂੰ ਦਿਓ ਜਿਹੜੇ ਕਿ ਬਿਮਾਰ ਪੈਂਦੇ ਆ।
ਕਿਉਂਕਿ ਮਜ਼ਬੂਤ ਵੀ ਉਹਨਾਂ ਨੂੰ ਹੀ ਕਰਕੇ ਹੀ ਅਸੀਂ ਬਚਾ ਕਰ ਸਕਦੇ ਹਾਂ। ਵਾਇਰਸ ਨੂੰ ਦੋਸ਼ ਦੇਣ ਦਾ ਕੋਈ ਫਾਇਦਾ ਨਹੀਂ। ਡਾਕਟਰ ਸਾਹਿਬ ਹੁਣ ਇੱਥੇ ਤੁਹਾਡੀ ਪੂਰੀ ਗੱਲਬਾਤ ਤੋਂ ਇੱਕ ਚੀਜ਼ ਸਮਝ ਆਈ ਕਿ ਬਾਡੀ ਦੀ ਜਿਹੜੀ ਆ ਉਹ ਕਮਜ਼ੋਰੀ ਹੁੰਦੀ ਹੈ, ਬਾਡੀ ਦੇ ਸੈੱਲ ਦੀ ਕਮਜ਼ੋਰੀ ਹੁੰਦੀ ਹੈ, ਨਾ ਕਿ ਵਾਇਰਸਿਸ ਦਾ ਜਿਹੜਾ ਮਜ਼ਬੂਤੀ ਹੁੰਦੀ ਹੈ। ਹੁਣ ਕਹਾਣੀ ਇੱਥੇ ਸਮਝ ਇਹ ਆਉਂਦੀ ਹੈ ਕਿ ਕਿਹੜੇ ਵਾਇਰਸ ਦੇ ਲਈ ਬਾਡੀ ਦੇ ਅੰਦਰ ਕੀ ਅਜਿਹਾ ਹੋਵੇ, ਮਕੈਨਿਜ਼ਮ ਹੋਵੇ ਉਸ ਵੇਲੇ, ਜੇ ਮੰਨ ਲਓ ਬੁਖਾਰ ਦਾ ਵਾਇਰਸ ਆਇਆ ਤਾਂ ਬੁਖਾਰ ਦੇ ਵਾਇਰਸ ਦੇ ਵਿੱਚ ਸੈੱਲ ਜਿਹੜਾ ਉਹ ਕਿਹੜੀ ਕਮਜ਼ੋਰੀ ਹੈ ਉਹਦੇ ਅੰਦਰ, ਜੇਕਰ ਜ਼ੁਕਾਮ ਦਾ ਵਾਇਰਸ ਆਇਆ, ਜੇਕਰ ਆਪਾਂ ਨੂੰ ਕੋਈ ਹੋਰ ਮਤਲਬ ਲੂਜ਼ ਮੋਸ਼ਨ ਦਾ ਵਾਇਰਸ ਆਇਆ, ਕਿਹੜੇ ਵਾਇਰਸ ਦੀ ਵਿੱਚ ਕਿਹੜੀ ਕਮਜ਼ੋਰੀ ਨੂੰ ਆਪਾਂ ਨੂੰ ਠੀਕ ਕਰਨ ਦੀ ਲੋੜ ਹੁੰਦੀ ਹੈ, ਕੋਈ ਅਜਿਹੇ ਵੀ ਆਪਣੇ ਕੋਲ ਤਰੀਕਾ ਹੁੰਦਾ? ਉਹ ਇੱਕ ਦੂਜੇ ਦੀ ਭਾਸ਼ਾ ਸਮਝਦੇ ਆ। ਜਿਹਨੂੰ ਆਪਾਂ ਓਵਰ ਸਿੰਪਲੀਫਾਈ ਕਰੀਏ ਤਾਂ ਆਪਾਂ ਕਹੀਏ ਕਿ ਜੇ ਤੁਸੀਂ ਵਾਇਰਸਸ ਜਾਂ ਬੈਕਟੀਰੀਆ ਦੀਆਂ ਬਿਮਾਰੀਆਂ ਤੋਂ ਬਚਣਾ ਹੈ ਤਾਂ ਸਿਰਫ ਇੱਕੋ ਦਰਵਾਜ਼ਾ ਖੁੱਲ੍ਹਾ ਹੈ, ਸਭ ਦਰਵਾਜ਼ੇ ਬੰਦ ਨੇ, ਤੇ ਦੈਟ ਇਜ਼ ਇਮਿਊਨਿਟੀ। ਯਾਨੀ ਕਿ ਤੁਹਾਡੀ ਬਾਡੀ ਦਾ ਡਿਫੈਂਸ ਸਿਸਟਮ ਸਟਰੋਂਗ ਕਰਨਾ ਤੁਸੀਂ। ਜੇ ਤੁਸੀਂ ਉਹ ਸਟਰੋਂਗ ਕਰ ਗਏ ਤਾਂ ਤੁਸੀਂ ਬਿਮਾਰ ਨਹੀਂ ਹੋਵੋਗੇ, ਜੇ ਤੁਸੀਂ ਵੀਕ ਰਹਿ ਗਏ ਤਾਂ ਬਿਮਾਰ ਹੋਵੋਗੇ। ਔਰ ਬਿਮਾਰੀ ਵੀ ਤੁਹਾਨੂੰ ਸਟਰੋਂਗ ਕਰਨ ਲਈ ਆਉਂਦੀ ਹੈ, ਤੁਹਾਨੂੰ ਮਾਰਨ ਲਈ ਨਹੀਂ ਆਉਂਦੀ। ਤੁਸੀਂ ਮਾਰੇ ਜਾਂਦੇ ਹੋ ਕਿਉਂਕਿ ਤੁਹਾਡੇ ਨਾਲ ਜਿਹੜਾ ਤੁਹਾਡਾ ਇਮਿਊਨਿਟੀ ਸਿਸਟਮ ਹੈ ਉਹ ਇੰਨਾ ਵੀਕ ਹੈ ਕਿ ਉਹਨੂੰ ਹੈਂਡਲ ਨਹੀਂ ਕਰ ਪਾ ਰਿਹਾ। ਮੈਂ ਇੱਥੇ ਤੁਹਾਨੂੰ ਰੋਕਾਂਗਾ। ਤੁਸੀਂ ਇਹ ਕਹਿੰਦੇ ਹੋ ਵੀ ਆਪਾਂ ਨੂੰ ਬਾਡੀ ਦੀ ਇਮਿਊਨਿਟੀ ਵਧਾਉਣ ਦੀ ਲੋੜ ਹੈ, ਵੀ ਇਮਿਊਨਿਟੀ ਸਟਰੋਂਗ ਕਰਨ ਦੀ ਲੋੜ ਹੈ, ਬਟ ਜਦੋਂ ਵਾਇਰਸ ਦਾ ਅਟੈਕ ਹੋ ਗਿਆ ਉਸ ਵੇਲੇ ਤਾਂ ਆਪਾਂ ਜਿਹੜੇ ਤੁਹਾਡੇ ਨਾਲ ਵੀ ਬਹੁਤ ਵਾਰੀ ਗੱਲ ਕੀਤੀ ਹੈ, ਤੁਸੀਂ ਵੀ ਇਹ ਗੱਲ ਕੀਤੀ ਹੈ ਕਿ ਆਪਾਂ ਨੂੰ ਜਿਹੜਾ ਉਹ ਖਾਣਾ ਪੀਣਾ ਜਿਹੜਾ ਉਹ ਬੰਦ ਕਰਨਾ ਪਏਗਾ, ਪੀਣ ਦੇ ਉੱਤੇ ਜ਼ੋਰ ਦੇਣਾ ਪਏਗਾ। ਫਿਰ ਉਸ ਵੇਲੇ ਇਮਿਊਨਿਟੀ ਕਿਵੇਂ ਵੱਧ ਜੂਗੀ? ਉਸ ਟਾਈਮ ਤਾਂ ਵਾਇਰਸ ਦਾ ਅਟੈਕ ਹੋਇਆ ਨਹੀਂ, ਉਦੋਂ ਹੀ ਵੱਧਦੀ ਹੈ ਨਾ। ਜਦੋਂ ਹਮਲਾ ਹੁੰਦਾ ਹੈ ਤਾਂ ਹੀ ਉਦੋਂ ਹੀ ਵੱਧਦੀ ਹੈ, ਉਹਦੇ ਬਿਨਾਂ ਵੱਧਦੀ ਹੋਈ ਨਹੀਂ ਹੈ। ਸਭ ਤੋਂ ਜ਼ਿਆਦਾ ਉਦੋਂ ਹੀ ਵੱਧਦੀ ਹੈ ਜਦੋਂ ਕਿ ਸਰੀਰ ਨੂੰ ਫਿਰ ਪਤਾ ਲੱਗਦਾ ਨਾ ਵੀ ਕਿਉਂਕਿ ਇਹ ਇੱਕ ਵਾਇਰਸ ਸਪੈਸੀਫਿਕ ਤੇ ਬੈਕਟੀਰੀਆ ਸਪੈਸੀਫਿਕ ਇਮਿਊਨਿਟੀ ਬਣਨੀ ਹੈ। ਜਿੱਦਾਂ ਦਾ ਹਮਲਾ ਹੈ ਉੱਦਾਂ ਦਾ ਹੀ ਅੱਗੋਂ ਡਿਫੈਂਸ ਸਿਸਟਮ ਬਣਨਾ। ਕਿਉਂਕਿ ਆਪਾਂ ਖਾਣ ਪੀਣ ਤਾਂ ਬੰਦ ਕੀਤਾ ਪਿਆ। ਨਹੀਂ, ਖਾਣ ਪੀਣ ਬੰਦ ਨਹੀਂ ਕੀਤਾ ਆਪਾਂ ਨੇ। ਖਾਣ ਪੀਣ ਤਾਂ ਬੰਦ ਇਸ ਕਰਕੇ ਕੀਤਾ ਹੈ ਕਿ ਜਿਹੜਾ ਭੋਜਨ ਹਜਮ ਕਰਨ 'ਤੇ ਤੁਹਾਡੀ ਊਰਜਾ ਬਹੁਤ ਜ਼ਿਆਦਾ ਲੱਗ ਜਾਂਦੀ ਹੈ। 70% ਊਰਜਾ ਭੋਜਨ ਹਜਮ ਕਰਕੇ ਲੱਗਦੀ ਹੈ ਤੇ 30% ਬਾਕੀ ਰਹਿ ਜਾਂਦੀ ਹੈ। ਖਾਣ ਪੀਣ ਅਸੀਂ ਬੰਦ ਕਰਦੇ ਹਾਂ, ਖਾਣਾ ਬੰਦ ਕਰਦੇ ਹਾਂ, ਹਜਮ ਹੋਣ ਵਾਲਾ ਸਿਰਫ, ਬਾਕੀ ਸਾਰਾ ਨਹੀਂ ਹਜਮ ਕਰਦੇ। ਆਪਾਂ ਦਿੰਦੇ ਹਾਂ, ਨਾਰੀਅਲ ਪਾਣੀ ਦਿੰਦੇ ਹਾਂ, ਜੂਸਿਸ ਦਿੰਦੇ ਹਾਂ, ਕਾੜੇ ਦਿੰਦੇ ਹਾਂ, ਇਮਿਊਨਿਟੀ ਵਧਾਉਂਦੇ ਨੇ। ਹਾਂ, ਜਿਹੜੇ ਇਮਿਊਨਿਟੀ ਵਧਾਉਣ ਵਾਲੇ ਫੂਡਸ ਜੋ ਦਿੰਦੇ ਹਾਂ, ਲੇਕਿਨ ਬਾਕੀ ਬਾਡੀ ਦੇ ਅੰਦਰ ਸਟੋਰ ਹੈਗਾ, ਖਾਣੇ ਦਾ। ਸਿਰਫ ਇਸ ਕਰਕੇ ਖਾਣੇ ਬੰਦ ਕੀਤੇ ਜਾਂਦੇ ਆ ਤਾਂ ਕਿ ਬਾਡੀ ਦੀ ਪੂਰੀ ਊਰਜਾ ਡਿਫੈਂਸ ਸਿਸਟਮ ਨੂੰ ਮਜ਼ਬੂਤ ਕਰਨ 'ਚ ਲੱਗ ਜਾਵੇ। ਔਰ ਉਹਦਾ ਪ੍ਰੂਫ ਹੈ ਕਿ ਜੇ ਆਪਾਂ ਇੱਦਾਂ ਕਰ ਲਈ ਤਾਂ 3 ਦਿਨ ਦੇ ਵਿੱਚ ਲਗਭਗ ਬਾਡੀ ਦਾ ਅਪਰ ਹੈਂਡ ਹੋ ਜਾਂਦਾ। ਬਾਡੀ ਜਿਹੜੀ ਹੈ ਉਹ ਉੱਪਰ ਆ ਜਾਂਦੀ ਹੈ ਤੇ ਜਿਹੜੀ ਥ੍ਰੈਟਨਿੰਗ ਵਾਇਰਸ ਹੈ ਜਾਂ ਬੈਕਟੀਰੀਆ ਉਹ ਥੱਲੇ ਰਹਿ ਜਾਂਦਾ। ਤੇ ਜੇ ਅਸੀਂ ਇਹੋ ਜਿਹੇ ਗਲਤ ਮਲਤ ਖਾਣੇ ਖਾਈ ਜਾਵਾਂਗੇ ਜਿਹਨੂੰ ਹਜਮ ਕਰਦੇ ਬਾਡੀ ਸਾਰਾ ਦਿਨ ਲੱਗੀ ਰਹਿੰਦੀ ਹੈ, ਫਿਰ ਉਹ ਸਿਸਟਮ ਵੀਕ ਰਹਿ ਜਾਂਦਾ। ਡਾਕਟਰ ਸਾਹਿਬ HIV ਵਰਗੇ ਵਾਇਰਸ ਬਾਰੇ ਕੀ ਕਹੋਗੇ? ਉਹ ਤਾਂ ਬਹੁਤ ਖਤਰਨਾਕ ਹੈ ਔਰ ਉਸ ਟਾਈਮ ਤਾਂ ਕੋਈ ਚੀਜ਼ ਵਾਹ ਹੀ ਨਹੀਂ ਚੱਲਦੀ। ਕਰੋਨਿਕ ਵਾਇਰਸ ਜਿਹੜੀਆਂ ਨੇ, ਕਰੋਨਿਕ ਵਾਇਰਸ HIV ਆ, ਉਹ 'ਚ ਹੈਪੇਟਾਈਟਸ B ਹੈ, ਹੈਪੇਟਾਈਟਸ C ਹੈ। ਇਹ 3 ਵਾਇਰਸ ਨੇ, ਵੈਸੇ ਤਾਂ ਹੋਰ ਵੀ ਹੈਗੀਆਂ ਨੇ, ਇੱਕ 3 ਵਾਇਰਸ ਤਾਂ ਬਹੁਤ ਮਸ਼ਹੂਰ ਹੋਈਆਂ ਨੇ ਨਾ। ਘੱਟੋ ਘੱਟ 15-20 ਵਾਇਰਸ ਜਿਹੜੀਆਂ ਕਰੋਨਿਕ ਨੇ, 15-20 ਵਾਇਰਸ ਹੈਗੇ ਨੇ ਕਰੋਨਿਕ ਡਿਜ਼ੀਜ਼ ਕ੍ਰੀਏਟ ਕਰਦੀਆਂ ਨੇ। ਉਹਦੇ ਵਿੱਚ ਵੀ ਇਹੀ ਹੈ ਕਿ 15-20 ਵਾਇਰਸ ਦੇ ਵਿੱਚ ਆ ਕੇ ਕੀ ਹੁੰਦਾ ਕਿ ਡਿਫੈਂਸ ਸਿਸਟਮ ਇੱਕ ਲੈਵਲ ਤੋਂ ਬਿਯੋਂਡ ਜਿਹੜਾ ਹੈ ਉਹ ਰੀਜਨਰੇਟ ਨਹੀਂ ਕਰਦਾ। ਉਹਦੇ ਲਈ ਫਿਰ ਤੁਹਾਨੂੰ ਸਪੈਸ਼ਲ ਟੈਕਨੀਕਸ ਯੂਜ਼ ਕਰਨੇ ਪੈਂਦੇ ਆ। ਅੱਜ ਇੱਥੇ ਪਹੁੰਚ ਚੁੱਕੇ ਹਾਂ ਕਿ ਈਵਨ ਜੇ ਅਸੀਂ ਠੀਕ ਢੰਗ ਨਾਲ ਡਾਈਟ ਅਤੇ ਬਾਕੀ ਲਾਈਫ ਸਟਾਈਲ ਬਦਲਦੀ ਹੈ ਤਾਂ ਇਹ 3 ਬਿਮਾਰੀਆਂ ਨੇ ਜਿਹੜੀਆਂ ਬਹੁਤ ਬਦਨਾਮ ਨੇ ਕਿ ਠੀਕ ਨਹੀਂ ਹੁੰਦੀਆਂ, HIV, ਹੈਪੇਟਾਈਟਸ B ਤੇ ਹੈਪੇਟਾਈਟਸ C, 3 ਗਾਇਬ ਹੋ ਜਾਂਦੀਆਂ। ਪੱਕਾ ਤੁਸੀਂ ਉੱਥੇ ਰਜਿੰਦਰਾ ਹਸਪੀਟਲ ਇਲਾਜ ਵੀ ਕੀਤਾ ਲੋਕਾਂ ਦਾ? ਹਾਂ, ਉਦੋਂ ਇਲਾਜ ਕਰਦਾ ਰਿਹਾ ਮੈਂ। ਉਦੋਂ ਵੀ ਇਹ ਗੱਲਾਂ ਕਹਿੰਦਾ ਰਿਹਾ। ਔਰ ਮੇਰੇ ਕੋਲ ਹੁਣ ਵੀ ਪੇਸ਼ੈਂਟ ਹੈਗੇ ਇਹੋ ਜਿਹੇ ਜਿਹੜੇ ਕਿ ਜਿਹੜੀਆਂ ਐਲੋਪੈਥਿਕ ਡਰੱਗ 'ਤੇ ਨਹੀਂ ਹੈਗੇ, ਬਿਲਕੁਲ ਜ਼ੀਰੋ ਕਾਊਂਟ ਆ ਗਿਆ ਹੋਇਆ ਉਹਨਾਂ ਦਾ, 0 ਕਾਊਂਟ ਆ, ਵਾਇਰਲ ਕਾਊਂਟ। ਉਹ ਠੀਕ ਹੋ ਜਾਂਦੇ ਨੇ ਜਾਂ ਫਿਰ ਉਹਦਾ ਕਾਊਂਟ 0 ਰਹਿੰਦਾ ਤੇ ਦੁਬਾਰਾ ਵੀ ਅਟੈਕ ਹੋ ਸਕਦਾ? ਠੀਕ ਤਾਂ ਵੈਸੇ ਹੀ ਹੁੰਦੇ ਹੋ, ਪਹਿਲਾਂ ਵੀ ਠੀਕ ਹੁੰਦੇ ਆ, ਬਿਮਾਰ ਨਹੀਂ ਹੁੰਦੇ ਹੋ, ਲੇਕਿਨ ਵਾਇਰਲ ਕਾਊਂਟ ਜਿਹੜਾ ਉਹਦੇ ਅੰਦਰ ਸ਼ੋ ਹੋ ਰਿਹਾ ਹੁੰਦਾ ਕਿ ਵਾਇਰਸ ਹੈਗੇ ਆ, ਲੇਕਿਨ ਹੌਲੀ ਉਹਦੇ ਵਾਇਰਸ ਕਾਊਂਟ ਵੀ 0 ਹੋ ਜਾਂਦਾ। ਤੇ ਜਿਹੜਾ HIV ਨੈਗੇਟਿਵ ਜਿਹੜੇ ਨੇ ਉਸ ਤੋਂ ਬਾਅਦ ਹੁੰਦੇ ਆ, ਕਿਉਂਕਿ ਜਿਹੜੀਆਂ ਐਂਟੀਬਾਡੀਜ਼ ਬਣ ਚੁੱਕੀਆਂ ਨੇ ਉਹ ਕਾਫੀ ਲੰਬੇ ਸਮੇਂ ਤੱਕ ਸ਼ੋ ਹੁੰਦੀਆਂ ਰਹਿੰਦੀਆਂ ਨੇ। ਨਵੀਆਂ ਐਂਟੀਬਾਡੀਜ਼ ਬਣਨਾ ਬੰਦ ਹੋ ਜਾਣਗੀਆਂ ਕਿਉਂਕਿ ਵਾਇਰਸ ਕਾਊਂਟ ਨੀਲ ਹੋ ਗਿਆ, ਨਵੀਂ ਐਂਟੀਬਾਡੀਜ਼ ਨਹੀਂ ਬਣਨਗੀਆਂ। ਇਸ ਕਰਕੇ ਬਾਅਦ 'ਚ ਹੌਲੀ HIV ਨੈਗੇਟਿਵ ਵੀ ਹੋ ਜਾਣਗੇ। ਹਾਲੇ ਤੱਕ HIV ਨੈਗੇਟਿਵ ਕੋਈ ਨਹੀਂ ਪੇਸ਼ੈਂਟ ਹੋਇਆ, ਪਰ ਵਾਇਰਲ ਕਾਊਂਟ 0 ਹੋ ਗਿਆ, ਇੱਦਾਂ ਦੇ ਪੇਸ਼ੈਂਟਸ ਹੈਗੇ ਨੇ ਜਿਹੜੇ ਕਿ ਦਵਾਈ ਨਹੀਂ ਵੀ ਖਾ ਰਹੇ ਤਾਂ ਵੀ ਹੋ ਜਾਂਦਾ। B ਤੇ C ਤਾਂ ਨੋਨ ਨੇ ਕਿ ਇਹ ਗਾਇਬ ਹੋ ਜਾਂਦੀਆਂ ਨੇ, ਬਹੁਤ ਜਲਦੀ ਗਾਇਬ ਹੋ ਜਾਂਦੀਆਂ ਨੇ ਜੇ ਤੁਸੀਂ ਪ੍ਰੋਪਰ ਢੰਗ ਨਾਲ ਆਪਣੀ ਇਮਿਊਨਿਟੀ ਬਿਲਡਅਪ ਕਰ ਲਓ ਤਾਂ। ਇਸ ਕਰਕੇ ਜਿਹੜਾ ਇਹ ਬੈਲੈਂਸ ਹੈ ਵਾਇਰਸਿਸ ਵਰਸਸ ਇਮਿਊਨਿਟੀ,
ਇਹਦੇ 'ਚ ਸਾਡੇ ਕੋਲ ਟੈਕਨੀਕਸ ਨੇ ਜਿਹੜੇ ਸਾਡੇ ਆਯੁਰਵੇਦ ਨੇ ਦਿੱਤੇ ਆ। ਅਸੀਂ ਧੰਨਵਾਦੀ ਹਾਂ ਉਹਨਾਂ ਰਿਸ਼ੀਆਂ ਦੇ, ਉਹਨਾਂ ਗੁਰੂਆਂ ਦੇ ਜਿਨ੍ਹਾਂ ਨੇ ਸਾਨੂੰ ਆਯੁਰਵੇਦ ਵਰਗੀ ਗ੍ਰੇਟ ਸਾਇੰਸ ਦਿੱਤੀ। ਉਹ ਆਯੁਰਵੇਦ ਦੀ ਛਤਰੀ ਐਡੀ ਵੱਡੀ ਹੈ, ਉਹ ਛਤਰ ਹੈ ਪੂਰਾ, ਜਿਹਦੇ ਥੱਲੇ ਅਸੀਂ ਸਾਰਾ ਕੁਝ ਸਿੱਖਦੇ ਹਾਂ, ਚਾਹੇ ਉਹ ਨੈਚੁਰੋਪੈਥੀ ਹੈ, ਚਾਹੇ ਡਾਈਟ ਹੈ, ਚਾਹੇ ਯੋਗਾ ਹੈ, ਤਾਂ ਕਿੰਨੀ ਉਹਦੀ ਬ੍ਰਾਂਚਿਸ ਨੇ ਅੱਗੇ, ਕੁਛ ਹਰਬਲ ਮੈਡੀਸਨ ਨੇ, ਮੈਡੀਸਨਲ ਪਲਾਂਟਸ ਨੇ। ਤਾਂ ਉਹ ਆਯੁਰਵੇਦ ਦਾ ਜਿਹੜਾ ਸਾਡਾ ਅਮਰੇਲਾ ਸਾਡੇ ਰਿਸ਼ੀਆਂ ਮੁਨੀਆਂ ਨੇ ਖੜਾ ਕੀਤਾ ਸੀਗਾ, ਉਹ ਅੱਜ ਵੀ ਕਾਰਗਰ ਹੈ। ਅਸੀਂ ਇਹਨੂੰ ਰੀਜਨਰੇਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਅਤੇ ਉਹ ਉਸ ਰੀਜਨਰੇਸ਼ਨ ਦੇ ਸਿਰ 'ਤੇ ਹੀ ਜਿਹੜੀਆਂ ਗੱਲਾਂ ਕਰ ਰਹੇ ਹਾਂ ਅਸੀਂ, ਇਹ ਜਿਹੜੀਆਂ ਅਸੀਂ ਅਗਰ ਠੀਕ ਢੰਗ 'ਤੇ ਚੱਲੀਏ ਤਾਂ ਕੋਈ ਵਾਇਰਸ, ਕੋਈ ਬੈਕਟੀਰੀਆ ਸਾਡਾ ਕੁਛ ਨਹੀਂ ਵਿਗਾੜ ਸਕਦਾ। ਥੋੜ੍ਹਾ ਜਿਹਾ ਸਿਆਣਪ ਨਾਲ ਚੱਲਣਾ ਪੈਂਦਾ। ਜਿਹੜੇ ਖਤਰਨਾਕ ਮਾਰ ਧਾੜ ਕਰਨ ਵਾਲੇ ਹੱਲ ਨੇ ਐਂਟੀਬਾਇਓਟਿਕਸ ਵਰਗੇ, ਜਾਂ ਜਿਹੜੇ ਤੁਹਾਡਾ ਹੱਥ ਦਿੱਤਾ ਸੀ ਕੀ ਕਹਿੰਦੇ ਉਹਨੂੰ, ਸੈਨੀਟਾਈਜ਼ਰ ਵਰਗੇ ਵਾਹੀਆਤ ਕਿਸਮ ਦੇ ਜਿਹੜੇ ਅਲਕੋਹਲ ਨਾਲ ਹੱਥ ਧੋਈ ਜਾਂਦੇ ਸੀਗੇ, ਉਹ ਉਸ ਕਿਸਮ ਦੇ ਜਿਹੜੇ ਤਰੀਕੇ ਨੇ ਮਾਰ ਧਾੜ ਵਾਲੇ, ਉਹਦਾ ਦਾ ਕੋਈ ਰੋਲ ਨਹੀਂ ਹੈ, ਜ਼ਰੂਰਤ ਨਹੀਂ ਹੈ ਉਹਦੀ। ਬਹੁਤ ਹੀ ਹਲਕੇ ਫੁਲਕੇ ਫਰੈਂਡਲੀ ਤਰੀਕੇ ਨਾਲ ਵੀ ਅਸੀਂ ਆਪਣੀ ਇਮਿਊਨਿਟੀ ਨੂੰ ਬਿਲਡਅਪ ਕਰ ਸਕਦੇ ਹਾਂ। ਮੂਵਮੈਂਟ ਇਮਿਊਨਿਟੀ ਤੁਹਾਡੀ ਉੱਪਰ ਜਾਣ ਲੱਗਦੀ ਹੈ ਤਾਂ ਨਾਲ ਦੀ ਨਾਲ ਡਿਜ਼ੀਜ਼ ਥੱਲੇ ਆ ਜਾਂਦੀ ਹੈ। ਬੜਾ ਸੂਖਸ਼ਮ ਬੈਲੈਂਸ ਹੁੰਦਾ, ਔਰ ਆਮ ਤੌਰ 'ਤੇ ਬੈਲੈਂਸ ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ 19-21 ਦਾ ਹੁੰਦਾ। ਜੇ ਤੁਹਾਡੀ ਇਮਿਊਨਿਟੀ 21 ਹੈ, ਡਿਜ਼ੀਜ਼ ਤੁਹਾਨੂੰ ਜਿਹੜੀ ਥ੍ਰੈਟਨਿੰਗ ਡਿਜ਼ੀਜ਼ ਹੈ ਉਹ 19 ਹੈ, ਤਾਂ ਤੁਹਾਨੂੰ ਤੁਹਾਡਾ ਕੁਛ ਨਹੀਂ ਵਿਗਾੜ ਸਕੇਗੀ ਉਹ, ਕਿਉਂਕਿ 21 ਨੇ ਉੱਪਰ ਜਾਈ ਜਾਣਾ, 19 ਨੇ ਥੱਲੇ ਜਾਈ ਜਾਣਾ, ਫਿਰ ਗੈਪ ਵੱਧਦਾ। ਅਤੇ ਜੇ ਉਹ 21 ਹੋ ਗਈ ਤਾਂ ਤੁਹਾਡੀ ਇਮਿਊਨਿਟੀ 19 ਰਹਿ ਗਈ, ਤਾਂ ਫਿਰ ਵੀ ਗੈਪ ਵੱਧਦਾ, ਫਿਰ ਉਹ ਡਿਜ਼ੀਜ਼ ਭਰ ਹੋ ਜਾਂਦੀ ਹੈ, ਤੁਹਾਡੀ ਇਮਿਊਨਿਟੀ ਥੱਲੇ ਦੱਬ ਲੈਂਦੀ ਹੈ, ਫਿਰ ਬੰਦੇ ਨੂੰ ਮਰਨ ਦੇ ਰਿਸਕ ਹੋ ਜਾਂਦਾ। ਇਸ ਕਰਕੇ ਸਾਡਾ ਇੱਕੋ ਹੀ ਫਰਜ਼ ਬਣਦਾ ਕਿ ਅਸੀਂ ਆਪਣੀ ਇਮਿਊਨਿਟੀ ਨੂੰ, ਜਿਹੜੇ ਸਾਨੂੰ ਆਯੁਰਵੇਦ ਨੇ ਜਾਂ ਜਿਹੜੇ ਅੱਜ ਮਾਡਰਨ ਸਾਇੰਸ ਨੇ ਉਹਨੂੰ ਬੜਾ ਸਿੰਪਲ ਢੰਗ ਨਾਲ ਕਰ ਲਿਆ, ਉਹਦੇ ਨਾਲ ਆਪਣੀ ਇਮਿਊਨਿਟੀ ਅਗਰ ਵਧਾ ਲਈਏ ਤਾਂ ਕੋਈ ਡਿਜ਼ੀਜ਼, ਜੇ ਕੋਈ ਬੈਕਟੀਰੀਆ ਵਾਇਰਸ ਸਾਡਾ ਕੁਝ ਨਹੀਂ ਵਿਗਾੜ ਸਕਦਾ। ਔਰ ਇਹ ਗੱਲ ਸਾਇੰਸ ਨੇ ਪ੍ਰੂਵ ਕਰਤੀ ਆ ਕਿ ਜਿਹੜੇ ਬੈਕਟੀਰੀਆ ਵਾਇਰਸ ਨੇ ਬਾਡੀ ਇਨਵਾਈਟ ਕਰਦੀ ਹੈ ਆਪਣੇ ਆਪ ਨੂੰ ਡੀਟੌਕਸੀਫਾਈ ਕਰਨ ਲਈ, ਰਿਪੇਅਰ ਕਰਨ ਲਈ, ਰੀਜੂਵੀਨੇਟ ਕਰਨ ਲਈ ਅਤੇ ਰੀਜੂਨੇਟ ਕਰਨ ਲਈ। ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਸੋ ਸਾਨੂੰ ਡਾਕਟਰ ਅਮਰ ਸਿੰਘ ਆਜ਼ਾਦ ਜਿਨ੍ਹਾਂ ਨੇ ਅੱਜ ਉਹ ਗਿਆਨ ਸਾਡੇ ਦਰਸ਼ਕਾਂ ਨੂੰ ਦਿੱਤਾ ਹੈ ਜਿਹੜਾ ਕਿ ਸ਼ਾਇਦ ਅੱਜ ਤੱਕ ਉਹਨਾਂ ਨੇ ਕਿਸੇ ਪਾਸੋਂ ਹਾਸਲ ਨਾ ਕੀਤਾ ਹੋਵੇ। ਅਜਿਹਾ ਗਿਆਨ ਕਿ ਬੋਡੀ, ਸਰੀਰ ਜਿਹੜਾ ਆਪ ਖੁਦ ਸੱਦਾ ਦਿੰਦਾ ਵਾਇਰਸਿਸ ਨੂੰ ਕਿ ਆਓ ਮੈਨੂੰ ਥੋੜ੍ਹੇ ਬਹੁਤੀਆਂ ਅਲਾਮਤਾਂ ਮੇਰੇ ਅੰਦਰ ਪੈਦਾ ਕਰੋ ਤਾਂ ਕਿ ਮੈਂ ਆਪਣੀ ਇਮਿਊਨਿਟੀ ਵਧਾ ਕੇ ਆਪਣੀ ਉਮਰ ਨੂੰ ਹੋਰ ਵਧਾਵਾਂ, ਅਤੇ ਜਿੰਨਾ ਮੈਨੂੰ ਕੁਦਰਤ ਨੇ ਧਰਤੀ 'ਤੇ ਭੇਜਿਆ, ਜਿੰਨੇ ਉਮਰ ਭੋਗਣ ਲਈ ਮੈਂ ਉਨੀ ਉਮਰ ਜਿਹੜੀ ਉਹ ਪੂਰੀ ਭੋਗਾਂ। ਜਿੱਥੇ ਸਰੀਰ ਦੇ ਵਿੱਚ ਕਮਜ਼ੋਰੀ ਆਈ ਹੈ ਉਹ ਮੈਂ ਆਪਣੇ ਆਪ ਠੀਕ ਕਰ ਸਕਾਂ। ਅਤੇ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਅਸੀਂ ਆਪਣੀ ਇਮਿਊਨਿਟੀ ਨੂੰ ਸਹੀ ਢੰਗ ਦੇ ਨਾਲ ਰੱਖਦੇ ਹਾਂ, ਸਹੀ ਪਾਵਰ ਦਿੰਦੇ ਹਾਂ, ਤਾਂ ਇੱਥੇ ਤੱਕ ਹੋ ਜਾਂਦਾ ਕਿ ਕਈ ਅਜਿਹੇ ਵਾਇਰਸ, HIV ਵਰਗੇ ਵਾਇਰਸ ਵੀ ਜਿਹੜੇ ਨੇ ਉਹ ਜ਼ੀਰੋ ਕਾਊਂਟ ਦੇ ਉੱਤੇ ਆ ਜਾਂਦੇ ਨੇ, ਅਤੇ ਅੱਗੇ ਜਿਹੜਾ ਉਹ ਬਹੁਤ ਸਾਰੇ ਹੋਰ ਸਾਰੀਆਂ ਜਿਹੜੀਆਂ ਬਿਮਾਰੀਆਂ ਨੇ ਉਹ ਸਾਨੂੰ ਜਿਹੜੀ ਤੰਦਰੁਸਤੀ ਵਧਾ ਕੇ ਜਿਹੜੀਆਂ ਵਾਇਰਸ ਜਿਹੜਾ ਉਹ ਬਾਹਰ ਨਿਕਲ ਜਾਂਦਾ। ਤੇ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ? ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ 'ਚ ਜ਼ਰੂਰ ਦੇਣਾ। ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਤਾਂ ਕਿ ਇਸ ਦੀ ਜਾਣਕਾਰੀ ਜਿਹੜੀ ਆ ਉਹ ਸਾਰਿਆਂ ਤੱਕ ਪਹੁੰਚੇ ਅਤੇ ਸਾਰੇ ਇਸ ਚੀਜ਼ ਦਾ ਲਾਭ ਲੈ ਸਕਣ। ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।